ਆਪਾਂ ਅੱਜ ਦੇ ਇਸ ਦਿਨ ਦੇ ਵਿੱਚ ਸ਼ਾਮਿਲ ਹੋ ਰਹੇ ਹਾਂ ਜੀ ਸਾਰੇ ਜਣੇ ਇੱਕ ਡਾਕਟਰੀ ਸਲਾਹ ਦੇ ਵਿੱਚ ਜੋ ਅਕਸਰ ਹੀ ਅਸੀਂ ਆਪਣੇ ਪ੍ਰੋਗਰਾਮਾਂ ਦੇ ਨਾਲ ਸ਼ੇਅਰ ਕਰਦੇ ਹੁੰਦੇ ਹਾਂ। ਖਾਸ ਕਰਕੇ ਸ਼ਨੀਵਾਰ ਦਾ ਇਹ ਸੈਗਮੈਂਟ ਤੁਹਾਡੇ ਨਾਮ ਹੁੰਦਾ ਹੈ ਡਾਕਟਰੀ ਸਲਾਹ ਦੇ ਵਿੱਚ। ਨਾਲ ਹੀ ਨਾਲ ਡਾਕਟਰ ਤੇਜਪਾਲ ਜੀ ਮੇਰੇ ਨਾਲ ਸ਼ਾਮਿਲ ਹੁੰਦੇ ਪ੍ਰੋਗਰਾਮ ਦੇ ਵਿੱਚ। ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ, ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਕਬੂਲ ਕਰਿਓ ਤੇ ਮੇਰੇ ਸਾਰੇ ਟੀਮ ਸਾਰੇ ਸਰੋਤਿਆਂ ਵੱਲੋਂ ਕਬੂਲ ਕਰਿਓ। ਸਵਾਗਤ ਹੈ ਜੀ ਤੁਹਾਡਾ। ਹਾਂਜੀ ਮਨਜੀਤ ਮਾਨ ਜੀ ਸਤਿ ਸ਼੍ਰੀ ਅਕਾਲ ਤੇ ਪ੍ਰਵਾਜ਼ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਨ੍ਹਾਂ ਲੋਕਾਂ ਤੱਕ ਵੀ ਇਹ ਆਵਾਜ਼ ਪਹੁੰਚ ਰਹੀ ਹੈ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਸਾਰਿਆਂ ਦਾ ਤੇ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ। ਔਰ ਮੈਂ ਜੀ ਹਾਂਜੀ ਇੱਕ ਨਾ ਮੈਂ ਜਦੋਂ ਇਹ ਵੀਡੀਓ ਸ਼ੇਅਰ ਕਰਦਾ ਆਪਣੇ YouTube ਤੇ ਜਾਂ ਹੋਰ ਤਾਂ ਮੈਨੂੰ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ ਹਿੰਦੀ 'ਚ ਬੋਲੋ ਜੀ, ਹਿੰਦੀ 'ਚ ਕਰੋ। ਮੈਂ ਕਿਹਾ ਵੀ ਹਿੰਦੀ ਤਾਂ ਪੋਸੀਬਲ ਨਹੀਂ ਹੈ ਕਿਉਂਕਿ ਸਾਡੇ ਸਰੋਤੇ ਸਾਰੇ ਪੰਜਾਬੀ ਨੇ ਜੀ ਤੇ ਉਹਦੇ ਲਈ ਹੁਣ ਮੈਨੂੰ ਦੁਬਾਰਾ ਇਹ ਸਾਰੇ ਵਰਡਨ ਨੂੰ ਹਿੰਦੀ 'ਚ ਟ੍ਰਾਂਸਲੇਟ ਕਰਕੇ ਜਾਂ ਕੋਈ ਹੋਰ ਤਰੀਕਾ ਲੱਭਣਾ ਪਏਗਾ। ਮੈਨੂੰ ਇਹ ਲੱਗਦਾ ਹੁੰਦਾ ਵੀ ਡਾਕਟਰ ਤੇਜਪਾਲ ਜੀ ਆਪਣੇ ਨਾਲ ਬੜੇ ਸਾਰੇ ਇਹੋ ਜਿਹੇ ਸਰੋਤੇ ਨੇ ਜੋ ਸਿਰਫ ਔਰ ਸਿਰਫ ਜਿਨ੍ਹਾਂ ਦੀ ਟਾਈਪਿੰਗ ਵੀ ਹਿੰਦੀ 'ਚ ਹੁੰਦੀ ਹੈ ਔਰ ਕਈ ਵਾਰੀ ਉਹ ਗੱਲ ਵੀ ਮੇਰੇ ਨਾਲ ਹਿੰਦੀ 'ਚ ਕਰਦੇ ਹੁੰਦੇ ਆ। ਪਰ ਮੈਨੂੰ ਲੱਗਦਾ ਪੰਜਾਬੀ ਕੁਛ ਏਦਾਂ ਦੀ ਭਾਸ਼ਾ ਆ ਵੀ ਇਹ ਸਭ ਸਮਝ ਸਕਦੇ ਹੈਗੇ ਹਨਾ। ਬਾਕੀ ਚਲੋ ਆਪਣਾ ਆਪਣਾ ਪਰਸਨਲੀ ਵਿਊ ਹੁੰਦਾ ਹਰੇਕ ਦਾ, ਪਰ ਮੈਨੂੰ ਲੱਗਦਾ ਇਹ ਮੰਚ ਸਾਡਾ ਪੰਜਾਬੀ ਹੈ ਤੇ ਅਸੀਂ ਇੱਥੇ ਪ੍ਰੈਫਰ ਜਿਹੜਾ ਪਹਿਲਾਂ ਪੰਜਾਬੀ ਨੂੰ ਹੀ ਕਰਾਂਗੇ, ਸਾਡੀ ਮਾਤ ਭਾਸ਼ਾ ਨੂੰ। ਨਹੀਂ ਆਪਾਂ ਪੰਜਾਬੀ ਦੀ ਗੱਲ ਕਰਾਂਗੇ। ਅਸਲ ਕੀ ਹੈ ਜੀ ਤੇ ਜਦੋਂ ਆਪਾਂ ਪੰਜਾਬ ਤੋਂ ਬਾਹਰ ਜਾਂਦੇ ਆ ਦਿੱਲੀ ਤੱਕ ਦੇ ਲੋਕ ਵੀ ਸਮਝ ਲੈਂਦੇ ਨੇ। ਬਿਲਕੁਲ ਜੀ। ਉਸ ਤੋਂ ਥੋੜਾ ਅੱਗੇ ਜਾ ਕੇ ਜਿਹੜੇ ਸਾਊਥਰਨ ਦੇ ਲੋਕ ਨੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਤੇ ਮੇਰੇ ਅਸਲ ਚ ਕੰਟੈਕਟਸ ਨੇ ਜਿਹੜੇ ਜਾਂ ਮੇਰਾ ਟ੍ਰੇਨਿੰਗ ਪ੍ਰੋਗਰਾਮ ਇਹਦੇ ਚ ਬਹੁਤ ਸਾਰੇ ਲੋਕ ਜਿਹੜੇ ਆ, ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਪੰਜਾਬ ਦੇ ਲੋਕਾਂ ਦੀ ਗਿਣਤੀ ਉਹਨਾਂ ਦੀ ਘੱਟ ਹੈ ਤੇ ਜ਼ਿਆਦਾ ਜਿਹੜੇ ਆਊਟ ਆਫ ਪੰਜਾਬ ਨੇ। ਜੀ ਜੀ ਜੀ। ਚਲੋ ਇਹ ਤਾਂ ਉਹਨਾਂ ਦੀ ਹੈ ਜੇ ਜਿਹੜਾ ਮਾਤ ਭਾਸ਼ਾ ਨੂੰ ਪਿਆਰ ਦੀ ਗੱਲ ਆਉਂਦੀ ਹੈ ਉਹ ਸਾਊਥ ਇੰਡੀਅਨ ਲੋਕਾਂ ਤੋਂ ਸਾਨੂੰ ਸਿੱਖਣਾ ਚਾਹੀਦਾ। ਉਹਨਾਂ ਨੂੰ ਜੇ ਹਿੰਦੀ ਆਉਂਦੀ ਵੀ ਹੋਵੇ ਤਾਂ ਵੀ ਨਹੀਂ ਬੋਲਦੇ ਉਹ ਜੀ। ਉਹ ਆਪਣੀ ਮਾਤ ਭਾਸ਼ਾ ਦੀ ਗੱਲ ਕਰਦੇ। ਉਹ ਕਹਿੰਦੇ ਆ ਵੀ ਜੇ ਭਾਈ ਤੈਨੂੰ ਲੋੜ ਹੈ ਗੱਲ ਸਮਝਣ ਦੀ ਸਾਡੀ ਭਾਸ਼ਾ ਸਿੱਖ ਲੈ, ਸਾਡੀ ਭਾਸ਼ਾ ਸਿੱਖ ਲੈ। ਹਾਂਜੀ ਬਿਲਕੁਲ ਜੀ। ਤਾਂ ਅੱਜ ਮਨਜੀਤ ਜੀ ਇੱਕ ਬਹੁਤ ਸੈਂਸਿਟਿਵ ਵਿਸ਼ੇ ਤੇ ਗੱਲ ਕਰਾਂਗੇ ਆਪਾਂ। ਹਾਂਜੀ ਤੇ ਬਹੁਤ ਇੰਪੋਰਟੈਂਟ ਹੈ ਤੇ ਇੰਨਾ ਸ਼ੌਕਿੰਗ ਹੈ ਕਿ ਬਹੁਤ ਸਾਰੇ ਮਤਲਬ ਇੱਕਦਮ ਜਦੋਂ ਆਪਾਂ ਪਹਿਲੀ ਵਾਰ ਸੁਣਦੇ ਹਾਂ ਇਸ ਗੱਲ ਨੂੰ ਤਾਂ ਸਾਨੂੰ ਵਿਸ਼ਵਾਸ ਨਹੀਂ ਆਉਂਦਾ, ਭਰੋਸਾ ਨਹੀਂ ਆਉਂਦਾ। ਹਾਂਜੀ ਕਿਉਂਕਿ ਜਿਹੜੀ ਇਨਫੋਰਮੇਸ਼ਨ ਜੋ ਅਸੀਂ ਜਾਣਦੇ ਹਾਂ, ਜਿਹੜੀ ਚੀਜ਼ਾਂ ਜਦ ਐ ਕਹਿ ਲਓ ਵੀ ਇੱਕ ਸੁਭਾਅ ਹੁੰਦਾ ਸਾਡਾ ਕਿ ਜਿਹੜੀ ਗੱਲ ਜ਼ਿਆਦਾ ਲੋਕ ਕਹਿੰਦੇ ਨੇ ਉਹੀ ਸਾਨੂੰ ਠੀਕ ਲੱਗਦੀ ਹੈ। ਹਾਂ ਇਹ ਸੱਚ ਹੈ, ਅੱਜ ਦੇ ਸਮੇਂ ਦਾ ਸੱਚ ਹੈ ਜੀ ਜੀ। ਉਹਦੇ ਪਿੱਛੇ ਲੌਜਿਕ ਕੀ ਹੈ, ਸਾਇੰਟੀਫਿਕ ਐਵੀਡੈਂਸ ਕੀ ਹੈ, ਉਹ ਗੱਲਾਂ ਨੂੰ ਬਹੁਤ ਜ਼ਿਆਦਾ ਤਰਜੀਹ ਨਹੀਂ ਦਿੱਤੀ ਜਾਂਦੀ। ਲੇਕਿਨ ਇਹੀ ਦੇਖਿਆ ਜਾਂਦਾ ਕਿ ਜ਼ਿਆਦਾ ਲੋਕ ਜਿੱਧਰ ਨੂੰ ਜਾਂਦੇ ਨੇ, ਜਿਵੇਂ ਤੁਸੀਂ ਦੇਖਿਆ ਕਈ ਵਾਰ ਬਾਬਿਆਂ ਦੇ ਡੇਰਿਆਂ ਤੇ ਜਿਹੜੀ ਭੀੜ ਆ ਉਹ ਵੀ ਇਸੇ ਤਰ੍ਹਾਂ ਹੀ ਹੁੰਦੀ ਹੈ ਕਿ ਬਹੁਤ ਸਾਰੇ ਲੋਕ ਜਾਂਦੇ ਨੇ ਆਪਾਂ ਵੀ ਚੱਲੀਏ ਜੀ, ਇੱਕ ਵਾਰੀ ਦੇਖ ਕੇ ਆਈਏ। ਸਾਰੇ ਕਹਿੰਦੇ ਨੇ ਉੱਥੇ ਇਹ ਮੰਨਤਾ ਹੁੰਦੀ ਹੈ ਜਾਂ ਇਹ ਚੀਜ਼ ਉੱਥੇ ਕਬੂਲ ਹੁੰਦੀ ਹੈ, ਸੋ ਇੱਕ ਵਾਰੀ ਜ਼ਰੂਰ ਜਾਣਾ ਬਣਦਾ। ਬਿਲਕੁਲ ਜੀ ਹੁੰਦਾ ਹੈ, ਸਹੀ ਚੀਜ਼ ਹੈ। ਤੇ ਇਸੇ ਕਰਕੇ ਜਿਹੜੀ ਅੱਜ ਆਪਾਂ ਗੱਲਬਾਤ ਕਰਾਂਗੇ ਇਸ ਗੱਲ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਸਰੋਤਿਆਂ ਨੂੰ ਪਹਿਲੀ ਵਾਰ ਹੀ ਇਸ ਗੱਲ ਦਾ ਯਕੀਨ ਆ ਜੇ, ਤਾਂ ਉਹਦੇ ਲਈ ਜ਼ਰੂਰ ਉਹ ਦੁਬਾਰਾ ਸੰਪਰਕ ਕਰ ਸਕਦੇ ਨੇ, ਦੁਬਾਰਾ ਡਿਸਕਸ ਕਰ ਸਕਦੇ ਨੇ। ਤੇ ਅੱਜ ਆਪਾਂ ਗੱਲ ਕਰਾਂਗੇ HIV AIDS ਦੇ ਬਾਰੇ। ਜੀ ਸਹੀ ਗੱਲ ਹੈ, ਬਹੁਤ ਸੈਂਸਿਟਿਵ ਔਰ ਬਹੁਤ ਅਹਿਮ ਮੁੱਦਾ ਹੈ ਇਹ। ਜੀ ਸੈਂਸਿਟਿਵ ਇੰਨਾ ਕੁ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਕੈਂਸਰ ਵੀ ਹੋ ਜਾਂਦਾ ਹੈ ਤਾਂ ਡਾਕਟਰ ਬਹੁਤ ਵਾਰ ਉਹਦੇ ਘਰਦਿਆਂ ਦੇ ਸਾਹਮਣੇ ਦੱਸ ਦਿੰਦਾ ਹੈ ਵੀ ਭਾਈ ਤੁਹਾਡੇ ਪੇਸ਼ੈਂਟ ਨੂੰ ਕੈਂਸਰ ਹੋ ਗਿਆ। ਲੇਕਿਨ HIV ਪੋਜ਼ਿਟਿਵ ਜਦੋਂ ਆਉਂਦਾ ਤੇ ਡਾਕਟਰ ਉਹ ਉਸ ਪੇਸ਼ੈਂਟ ਨੂੰ ਅਲੱਗ ਬੁਲਾ ਕੇ ਉਹਦੇ ਕੰਨ 'ਚ ਦੱਸਦਾ ਤੇ ਉਹ ਪੇਸ਼ੈਂਟ ਦੀ ਵੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ HIV ਪੋਜ਼ਿਟਿਵ ਹਾਂ। ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਮਾਹੌਲ ਕਿ ਜਿਹੜਾ ਬੰਦਾ HIV ਪੋਜ਼ਿਟਿਵ ਹੋ ਜਾਂਦਾ ਫਿਰ ਉਹ ਪਹਿਲੀ ਗੱਲ ਤਾਂ ਇਹ ਕਿ ਉਹਦਾ ਮਰਨਾ ਤੈਅ ਹੋ ਜਾਂਦਾ। ਦੂਸਰੀ ਗੱਲ ਇਹ ਕਿ ਉਹ ਕਿਸੇ ਨੂੰ ਦੱਸ ਨਹੀਂ ਸਕਦਾ, ਉਹ ਅੰਦਰ ਹੀ ਅੰਦਰ ਘੁਲਦਾ ਰਹਿੰਦਾ, ਅੰਦਰ ਹੀ ਅੰਦਰ ਮਰਦਾ ਰਹਿੰਦਾ। ਸਹੀ ਗੱਲ ਹੈ ਜੀ।
ਤਾਂ ਇਹ ਜਿਹੜਾ ਮਾਹੌਲ ਬਣਾਇਆ ਗਿਆ, ਇਹ ਜਿਹੜਾ ਇਸ ਕਿਸਮ ਦਾ ਸਿਨੈਰੀਓ ਬਣ ਗਿਆ, ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਹੈ, ਇੱਕ ਬਹੁਤ ਵੱਡਾ ਰਾਜ਼ ਛੁਪਿਆ ਹੋਇਆ ਜੀ। ਜਦੋਂ ਆਪਾਂ ਏਡਜ਼ ਦੀ ਗੱਲ ਕਰਦੇ ਆ, ਏਡਜ਼ ਇੱਕ ਬਿਮਾਰੀ ਹੈ ਜਾਂ ਇਹ ਕਹਿ ਲਓ ਕਿ ਕੁਝ ਬਿਮਾਰੀਆਂ ਦਾ ਸਮੂਹ ਹੈ ਜਿਹਨੂੰ ਏਡਜ਼ ਕਿਹਾ ਜਾਂਦਾ। ਠੀਕ ਹੈ। ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ, ਇਹਦਾ ਫੁੱਲ ਫਾਰਮ ਇਹਦੀ ਹੁੰਦੀ ਹੈ AIDSD, ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ। ਯਾਨੀ ਸਾਡੇ ਸਰੀਰ ਦੀ ਇਮਿਊਨਿਟੀ ਜਿਹੜੀ ਹੈ, ਜਿਹੜੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਹੈ, ਉਹ ਇੰਨੀ ਕਮਜ਼ੋਰ ਹੋ ਜਾਂਦੀ ਹੈ, ਉਹ ਇੰਨੀ ਨਾਕਾਬਿਲ ਹੋ ਜਾਂਦੀ ਹੈ ਕਿ ਉਹ ਕਿਸੇ ਵੀ ਬਿਮਾਰੀ ਦਾ ਮੁਕਾਬਲਾ ਨਹੀਂ ਕਰ ਸਕਦੀ ਜੀ। ਬਿਲਕੁਲ। ਜਾਂ ਆਪਾਂ ਏਦਾਂ ਕਹਿ ਲਈਏ ਕਿ ਸਾਡੇ ਸਰੀਰ ਦੇ ਕੋਲ ਜਿਹੜੀ ਇੰਟੈਲੀਜੈਂਸ ਹੁੰਦੀ ਹੈ, ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸਮਝ ਹੁੰਦੀ ਹੈ, ਉਹ ਇੰਟੈਲੀਜੈਂਸ ਗੜਬੜ ਹੋ ਜਾਂਦੀ ਹੈ ਤੇ ਬਾਡੀ ਨੂੰ ਸਮਝ ਨਹੀਂ ਆਉਂਦੀ ਕਿ ਇਸ ਬਿਮਾਰੀ ਨਾਲ ਕਿਵੇਂ ਲੜਨਾ ਹੈ। ਇਸ ਸਥਿਤੀ ਨੂੰ ਏਡਜ਼ ਕਹਿੰਦੇ ਨੇ। ਮਤਲਬ ਇਹ ਕਹਿ ਲਓ ਵੀ ਫਿਰ ਬੰਦੇ ਨੂੰ ਸਧਾਰਨ ਜ਼ੁਕਾਮ ਹੋਇਆ ਕਈ ਮਹੀਨੇ ਠੀਕ ਨਹੀਂ ਹੁੰਦਾ। ਸਿੰਪਲ ਅਗਰ ਲੂਜ਼ ਮੋਸ਼ਨ ਹੋ ਜਾਂਦੇ ਆ ਤਾਂ ਉਹ ਕਾਫੀ ਲੰਬਾ ਸਮਾਂ ਠੀਕ ਨਹੀਂ ਹੁੰਦੇ। ਮਤਲਬ ਜਦੋਂ ਸਾਡੇ ਸਰੀਰ ਦੀ ਉਹ ਸ਼ਕਤੀ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਹੈ ਉਹ ਕਮਜ਼ੋਰ ਹੋ ਜਾਂਦੀ ਹੈ ਤੇ ਫਿਰ ਉਸਦਾ ਅਗਲਾ ਜਿਹੜਾ ਨਤੀਜਾ ਹੈ ਉਹ ਬਹੁਤ ਹੀ ਹੁੰਦੀ ਹੈ ਜੀ। ਤਾਂ ਇਸ ਬਿਮਾਰੀ ਨੂੰ ਇਹ ਕਹਿ ਲਓ ਵੀ ਅੱਜ ਤੋਂ 30-35 ਸਾਲ ਪਹਿਲਾਂ ਜੋੜ ਦਿੱਤਾ ਗਿਆ ਇੱਕ ਵਾਇਰਸ ਦੇ ਨਾਲ ਜੀ। ਇੱਕ ਵਾਇਰਸ ਨੂੰ ਇਹਦਾ ਜ਼ਿੰਮੇਵਾਰ ਬਣਾ ਦਿੱਤਾ ਗਿਆ ਕਿ HIV ਨਾਮ ਦਾ ਇੱਕ ਵਾਇਰਸ ਹੈ ਜੀ, ਜਿਹਦਾ ਨਾਮ ਹੈ ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ ਜੀ। ਉਹ ਵਾਇਰਸ ਇਸ ਬਿਮਾਰੀ ਦੀ ਵਜ੍ਹਾ ਬਣਦਾ ਹੈ। ਇਹ ਗੱਲ ਉਵੇਂ ਹੀ ਪ੍ਰਚਾਰੀ ਗਈ ਜਿਵੇਂ ਅੱਜ ਤੁਸੀਂ ਕੋਰੋਨਾ ਨੂੰ ਲੈ ਕੇ ਦੇਖਦੇ ਹੋ ਹਾਲਾਤ। ਹਾਂਜੀ। ਉਦੋਂ ਜੇ ਆਪਾਂ ਜਿਵੇਂ ਤੁਸੀਂ ਕਿਹਾ ਨਾ ਵੀ 30 ਸਾਲ ਦੇ ਇਸ ਵਕਫੇ ਦੇ ਵਿੱਚ, ਤਾਂ ਮੈਨੂੰ ਇਹ ਲੱਗਦਾ ਕਿ 20 ਸਾਲ ਪਹਿਲਾਂ ਮੇਰੇ ਨਾਲ ਸੀ ਇੱਕ ਬॉय ਪੜ੍ਹਦਾ ਸੀਗਾ ਤੇ ਮੈਂ ਮੇਰੇ ਗਵਾਂਢ ਦੇ ਵਿੱਚ ਸੀ, ਮੈਂ ਉਹਦੀ ਮੌਤ ਦੇਖੀ ਸੀ ਇਸ ਰੋਗ ਦੇ ਨਾਲ। ਬੜੀ ਦਰਦਨਾਕ ਮੌਤ ਸੀ ਔਰ ਉਹ ਇੰਜੈਕਸ਼ਨ ਲੈਂਦਾ ਸੀਗਾ, ਜਿਹੜੇ ਨਸ਼ੇ ਵਾਲੇ ਇੰਜੈਕਸ਼ਨ ਸੀ, ਉਸਨੂੰ ਜਿਹੜੀ ਏਡਜ਼ ਹੈ ਉਹ ਉੱਥੋਂ ਹੋਈ ਸੀ। ਔਰ ਮੈਨੂੰ ਲੱਗਦਾ ਉਸ ਸਮੇਂ ਸਾਡੇ ਪਿੰਡ ਦੇ ਵਿੱਚ ਇਹ ਪਹਿਲਾ ਪੇਸ਼ੈਂਟ ਸੀਗਾ ਜੀ ਸੁਣਿਆ ਸੀਗਾ ਵੀ ਇਹਨੂੰ ਏਡਜ਼ ਹੈ। ਤੇ ਉਹ ਲੋਕਾਂ ਦਾ ਜਿਹੜਾ ਜਿਵੇਂ ਕਹਿ ਦਈਏ ਕਿ ਈਰਖਾ ਦਾ ਜਾਂ ਬੁਰਾਈ ਦਾ ਪਾਤਰ ਇੰਨਾ ਬਣ ਚੁੱਕਿਆ ਸੀਗਾ ਕਿ ਮੈਨੂੰ ਲੱਗਦਾ ਉਹ ਸਮੇਂ ਤੋਂ ਪਹਿਲਾਂ ਇਸੇ ਕਰਕੇ ਉਹਦਾ ਮਰਨਾ ਤੈਅ ਹੋ ਗਿਆ ਸੀ ਕਿ ਲੋਕਾਂ ਨੇ ਈਰਖਾ ਹੀ ਬੜੀ ਉਹਦੇ ਨਾਲ ਨਿਭਾ ਲਈ ਸੀ ਕਿ ਜੀ ਏਡਜ਼ ਹੋ ਗਿਆ, ਅੱਛਾ ਜੀ ਏਡਜ਼ ਹੋ ਗਿਆ। ਮਤਲਬ ਏਦਾਂ ਹੀ ਜਿੱਦਾਂ ਉਹਨੂੰ ਉਹਦੇ ਦੋਸਤਾਂ ਮਿੱਤਰਾਂ ਨੇ ਮਿਲਣਾ, ਗਲੀ ਗੁਆਂਢ ਨੇ ਮਿਲਣਾ, ਜਦੋਂ ਏਦਾਂ ਜਾਂ ਉਹਨੂੰ ਬੋਲਣਾ ਤਾਂ ਸਾਨੂੰ ਲੱਗਦਾ ਸੀਗਾ ਕਿ ਬਹੁਤਾ ਸਮਾਂ ਨਹੀਂ ਕੱਟਦਾ। ਸੋ ਉਹੀ ਗੱਲ ਹੋਈ, ਬੜਾ ਯੰਗ ਬॉय ਸੀਗਾ, ਬਹੁਤ ਛੋਟੀ ਉਮਰ ਦੇ ਵਿੱਚ ਉਹ ਚਲਾ ਗਿਆ ਸੀ ਇਸ ਬਿਮਾਰੀ ਦੇ ਵਿੱਚ। ਮੈਂ ਪਹਿਲਾ ਪੇਸ਼ੈਂਟ ਸੀ ਉਹ ਮੇਰੇ ਪਿੰਡ ਦਾ ਉਸ ਸਮੇਂ ਦਾ। ਮਤਲਬ ਜਦੋਂ ਕਿਸੇ ਝੂਠ ਨੂੰ ਬਾਰ-ਬਾਰ ਰਿਪੀਟ ਕੀਤਾ ਜਾਂਦਾ ਹੈ ਜੀ 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 ਤਾਂ ਉਹ ਸੱਚ ਲੱਗਣ ਲੱਗ ਪੈਂਦਾ ਹੈ ਜੀ। ਤੇ ਇਵੇਂ ਹੀ ਤੁਸੀਂ ਆਪਾਂ ਬਚਪਨ 'ਚ ਕਹਾਣੀ ਸੁਣਦੇ ਹੁੰਦੇ ਸੀ ਚਾਰ ਠੱਗਾਂ ਦੀ। ਹਾਂਜੀ। ਵੀ ਇੱਕ ਬੰਦਾ ਉਹ ਬੱਕਰੀ ਦਾ ਬੱਚਾ ਲੈ ਕੇ ਤੁਰਿਆ ਜਾ ਰਿਹਾ ਸੀ, ਉਹਨੂੰ ਠੱਗਣ ਦੀ ਯੋਜਨਾ ਬਣਾਈ ਉਹਨਾਂ ਨੇ। ਉਹ ਅਲੱਗ-ਅਲੱਗ ਮੋੜਾਂ ਤੇ ਖੜ ਗਏ। ਪਹਿਲਾ ਠੱਗ ਜਿਹੜਾ ਮਿਲਿਆ ਉਹਨੂੰ ਕਹਿੰਦਾ ਉਹ ਕੁੱਤੇ ਦਾ ਬੱਚਾ ਕਿੱਥੋਂ ਲੈ ਕੇ ਆਇਆ ਜੀ। ਉਹ ਕਹਿੰਦਾ ਨਹੀਂ ਯਾਰ ਇਹ ਤਾਂ ਬੱਕਰੀ ਦਾ ਬੱਚਾ ਹੈ। ਉਹ ਕਹਿੰਦਾ ਨਹੀਂ ਇਹ ਤਾਂ ਕੁੱਤਾ ਹੈ। ਉਹਨੂੰ ਥੋੜਾ ਡਾਊਟ ਹੋ ਗਿਆ। ਅਗਲੇ ਮੋੜ ਤੇ ਦੂਜਾ ਠੱਗ ਖੜਾ ਸੀ, ਉਹ ਕਹਿੰਦਾ ਬੜਾ ਪਿਆਰਾ ਕੁੱਤੇ ਦਾ ਬੱਚਾ ਕਿੰਨੇ ਦਾ ਲਿਆ? ਤੇ ਉਹ ਫਿਰ ਪਰੇਸ਼ਾਨ ਹੋ ਗਿਆ। ਫਿਰ ਅੱਗੇ ਤੀਜਾ ਠੱਗ ਮਿਲਿਆ। ਜਦੋਂ ਚੌਥਾ ਠੱਗ ਮਿਲਿਆ ਨਾ ਤਾਂ ਉਸ ਬੰਦੇ ਨੂੰ ਯਕੀਨ ਹੋ ਗਿਆ ਵੀ ਮੈਨੂੰ ਹੀ ਕੋਈ ਭੁਲੇਖਾ ਲੱਗ ਰਿਹਾ ਹੈ, ਇਹ ਹੈ ਹੀ ਕੁੱਤੇ ਦਾ ਬੱਚਾ, ਜਾਂ ਤਾਂ ਇਹ ਕੋਈ ਇਹੋ ਜਿਹੀ ਸ਼ੈ ਹੈਗੀ ਹੈ ਜਿਹੜੀ ਆਪਣਾ ਰੂਪ ਬਦਲਦੀ ਹੈ। ਜਦੋਂ ਮੈਂ ਦੇਖਦਾ ਮੈਨੂੰ ਬੱਕਰੀ ਲੱਗਦੀ ਹੈ ਤੇ ਦੂਜੇ ਨੂੰ ਕੁੱਤਾ ਦਿਖ ਰਿਹਾ, ਕੁੱਤਾ ਦਿਖਦਾ ਜੀ। ਇਹ ਕੋਈ ਭੂਤ ਪ੍ਰੇਤ ਹੋ ਸਕਦਾ ਹੈ ਜਾਂ ਮਤਲਬ ਮੈਨੂੰ ਹੀ ਭੁਲੇਖਾ, ਉਹ ਛੱਡ ਕੇ ਬੱਕਰੀ ਦਾ ਬੱਚਾ ਉੱਥੋਂ ਭੱਜ ਗਿਆ। ਮਤਲਬ ਝੂਠ ਨੂੰ ਜਦੋਂ ਬਾਰ-ਬਾਰ ਰਿਪੀਟ ਕੀਤਾ ਜਾਂਦਾ ਹੈ ਤਾਂ ਉਹ ਇਹ ਲੱਗਣ ਲੱਗ ਪੈਂਦਾ ਲੋਕਾਂ ਨੂੰ ਕਿ ਇਹੀ ਸੱਚ ਹੈ। ਸੱਚੀ ਜੀ। ਇਸੇ ਕਰਕੇ ਤੁਸੀਂ ਦੇਖੋਗੇ ਕਿ ਹਰ ਹਸਪਤਾਲ ਦੇ ਵਿੱਚ, ਹਰ ਸਰਕਾਰੀ ਦਫ਼ਤਰ ਦੇ ਵਿੱਚ ਬੋਰਡ ਇੱਕ ਲੱਗਿਆ ਹੁੰਦਾ ਜਿਹਦੇ ਉੱਤੇ ਏਡਜ਼ ਨਾਲ ਸੰਬੰਧਿਤ ਸਾਵਧਾਨੀਆਂ ਲਿਖੀਆਂ ਹੁੰਦੀਆਂ, HIV ਨਾਲ ਸੰਬੰਧਿਤ ਸਾਵਧਾਨੀਆਂ ਲਿਖੀਆਂ ਹੁੰਦੀਆਂ।
ਉਹ ਇਸ ਕਰਕੇ ਨਹੀਂ ਹੈਗਾ ਵੀ ਲੋਕ ਇਹਦੇ ਤੋਂ ਬਚ ਸਕਣ, ਇਸ ਕਰਕੇ ਹੈ ਕਿ ਇਹ ਜਿਹੜਾ ਮਤਲਬ ਇੱਕ ਝੂਠ ਹੈ ਇਹ ਲੋਕਾਂ ਦੇ ਦਿਮਾਗ 'ਚ ਪੂਰੀ ਤਰ੍ਹਾਂ ਕਾਇਮ ਰਹੇ, ਬਣਿਆ ਰਹੇ। ਜੀ। ਤਾਂ ਅੱਜ ਆਪਾਂ ਇਹਦੇ ਬਾਰੇ ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਕਿ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਨੇ ਇੱਕ ਕਿਤਾਬ ਲਿਖੀ ਹੈ, HIV AIDS ਦਾ ਗ੍ਰੇਟੈਸਟ ਲਾਈ ਆਫ ਦਾ 21st ਸੈਂਚੁਰੀ। ਜੀ। HIV AIDS 21ਵੀਂ ਸਦੀ ਦਾ ਮਹਾਨ ਝੂਠ। ਜੀ। ਉਸ ਕਿਤਾਬ ਦੇ ਵਿੱਚ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਗਿਆ ਇਸ ਸਾਰੇ ਮਾਮਲੇ ਦਾ, ਸਾਇੰਟੀਫਿਕ ਐਵੀਡੈਂਸਸ ਦੇ ਨਾਲ, ਸਾਰੀਆਂ ਦਲੀਲਾਂ ਦੇ ਨਾਲ। ਜੀ। ਤਾਂ ਜਦੋਂ ਇਸ ਕਿਤਾਬ ਨੂੰ ਰਿਲੀਜ਼ ਕੀਤਾ ਉਹਨਾਂ ਨੇ, ਉਸ ਦਿਨ ਉਹਨਾਂ ਨੇ ਜਿਹੜੀਆਂ ਮੈਡੀਕਲ ਸੰਸਥਾਵਾਂ ਨੇ, IMA ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ FDA ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਇੱਕ ਸੱਦਾ ਦਿੱਤਾ, ਇੱਕ ਚੈਲੰਜ ਕੀਤਾ ਕਿ ਅਗਰ ਤੁਸੀਂ ਇਹ ਮੰਨਦੇ ਹੋ ਕਿ ਖੂਨ ਦੇਣ ਨਾਲ, ਬਲੱਡ ਟ੍ਰਾਂਸਫਿਊਜ਼ਨ ਨਾਲ ਇਹ ਵਾਇਰਸ ਫੈਲਦਾ ਹੈ, ਤਾਂ ਮੈਂ ਤੁਹਾਨੂੰ ਖੁੱਲਾ ਸੱਦਾ ਦਿੰਦਾ ਕਿ ਅੱਜ ਜਨਤਾ ਦੇ ਵਿੱਚ ਆਓ, ਪ੍ਰੈਸ ਦੇ ਸਾਹਮਣੇ ਆਓ, ਇੱਕ ਬੰਦਾ ਲੈ ਕੇ ਆਓ ਜਿਹੜਾ ਤੁਹਾਡੇ ਮੁਤਾਬਕ HIV ਪੋਜ਼ਿਟਿਵ ਹੈ, ਉਹਦਾ ਖੂਨ ਕੱਢੋ ਤੇ ਮੇਰੇ ਅੰਦਰ ਇੰਜੈਕਟ ਕਰ ਦਿਓ। ਮੇਰਾ ਦਾਅਵਾ ਹੈ ਕਿ ਮੈਂ ਡਾਕਟਰ ਸਾਹਿਬ, ਮੈਂ ਮਾਫੀ ਚਾਹੂੰਗੀ, ਇੱਕ ਛੋਟੀ ਜਿਹੀ ਬ੍ਰੇਕ। ਇੱਥੇ ਸਾਡੇ ਸਰੋਤੇ ਜੁੜੇ ਆ, ਸਰਬਜੀਤ ਸਿੰਘ। ਸਰਬਜੀਤ ਜੀ, ਡਾਕਟਰ ਸਾਹਿਬ ਆਪਣੇ ਲੈਵਲ ਤੇ ਹਰ ਹਫਤੇ ਸਾਨੂੰ ਇੱਕ ਜਾਣਕਾਰੀ ਦਿੰਦੇ ਆ, ਸੋ ਮੈਂ ਤੁਹਾਨੂੰ ਇਹਨਾਂ ਦਾ, ਡਾਕਟਰ ਸਾਹਿਬ ਹੋਰਾਂ ਦਾ, ਡਾਕਟਰ ਤੇਜਪਾਲ ਸਿੰਘ ਹੋਰਾਂ ਦਾ ਨੰਬਰ ਸੈਂਡ ਕਰੂੰਗੀ। ਤੁਸੀਂ ਪਰਸਨਲੀ ਅਗਰ ਕੈਂਸਰ ਤੇ ਕੁਝ ਪੁੱਛ ਰਹੇ ਆ ਜੀ, ਤਾਂ ਅੱਜ ਕੈਂਸਰ ਵਿਸ਼ੇ ਤੇ ਆਪਾਂ ਗੱਲਬਾਤ ਨਹੀਂ ਕਰ ਰਹੇ, ਆਪਾਂ ਏਡਸ ਤੇ ਬੜੀ ਸਾਰੀ ਜਾਣਕਾਰੀ ਹਾਸਲ ਕਰਨੀ ਹੈ। ਸੋ ਇੱਕ ਸੈਟਅਪ ਹੁੰਦਾ ਜੀ ਸਾਡਾ ਪ੍ਰੋਗਰਾਮ ਦਾ, ਸੋ ਅੱਜ ਅਸੀਂ ਇਸ ਦੇ ਆਲੇ ਦੁਆਲੇ ਹੀ ਡਾਕਟਰੀ ਜਾਣਕਾਰੀ ਲਵਾਂਗੇ। ਬਟ ਮੈਂ ਤੁਹਾਨੂੰ ਨਾ ਪਰਸਨਲੀ ਡਾਕਟਰ ਤੇਜਪਾਲ ਸਿੰਘ ਹੋਰਾਂ ਦਾ ਨੰਬਰ ਸੈਂਡ ਕਰ ਦੂੰਗੀ, ਤੁਸੀਂ ਜੋ ਵੀ ਕੁਐਰੀ ਆਪਣੀ ਉੱਥੇ ਕਲੀਅਰ ਕਰ ਲਿਓ। ਡਾਕਟਰ ਵਿਨੇ ਗੋਇਲ ਜੀ ਸਾਡੇ ਨਾਲ ਦੁਬਲ ਧਨੀਆ ਤੋਂ ਸ਼ਾਮਿਲ ਹੋਏ ਆ ਜੀ, ਇਹ ਨਵੇਂ ਸਾਡੇ ਮੈਨੂੰ ਲੱਗਦਾ ਸਰੋਤਾ ਨੇ, ਡਾਕਟਰ ਵਿਨੇ ਗੋਇਲ ਜੀ। ਸੋ ਡਾਕਟਰ ਸਾਹਿਬ, ਡਾਕਟਰ ਤੇਜਪਾਲ ਸਰ ਜੀ, ਡਾਕਟਰ ਵੀ ਆਪਣੇ ਨਾਲ ਸ਼ਾਮਿਲ ਹੋ ਚੁੱਕੇ ਆ ਔਰ ਆਪਣਾ ਪ੍ਰੋਗਰਾਮ ਇਸ ਸਮੇਂ ਵਾਚ ਕਰ ਰਿਹਾ, ਸੋ ਸਵਾਗਤ ਹੈ ਇਹਨਾਂ ਦਾ ਵੀ। ਔਰ ਚਲਿਏ ਜੀ ਫਿਰ ਆਪਾਂ ਅਗਲੀ ਜਾਣਕਾਰੀ ਵੱਲ। ਹਾਂਜੀ। ਤੇ ਉਹਨਾਂ ਨੇ ਜਦੋਂ ਇਹ ਚੈਲੰਜ ਕੀਤਾ, ਇਹ ਐਲਾਨ ਕੀਤਾ, ਤੇ ਇੰਤਜ਼ਾਰ ਕਰਦੇ ਰਹੇ, ਕੋਈ ਨਹੀਂ ਆਇਆ ਉੱਥੇ ਜੀ। ਔਰ ਉਹਨਾਂ ਨੇ ਇਹ ਗੱਲ ਸਪਸ਼ਟ ਤੌਰ ਤੇ ਕਹੀ ਕਿ ਜਿਸ ਦਿਨ ਇਹ ਐਕਸਪੈਰੀਮੈਂਟ ਹੋ ਗਿਆ ਜੀ ਜਨਤਾ ਦੇ ਸਾਹਮਣੇ, ਜਿਸ ਦਿਨ ਐਕਸਪੈਰੀਮੈਂਟ ਹੋ ਗਿਆ ਉਸ ਦਿਨ HIV AIDS ਦਾ ਭਾਂਡਾ ਫੁੱਟ ਜਾਏਗਾ, ਉਸ ਦਿਨ ਸਾਰਾ ਜਿਹੜਾ ષਡਯੰਤਰ ਹੈ ਉਹ ਨੰਗਾ ਹੋ ਜਾਏਗਾ ਜੀ। ਤਾਂ ਇਹ ਗੱਲ ਸਾਬਿਤ ਕਰਦੀ ਹੈ। ਇੱਕ ਹੋਰ ਹੈਰਾਨੀ ਦੀ ਗੱਲ ਇਹ ਹੋਈ ਕਿ ਉਸ ਦਿਨ ਉਹ ਸੰਸਥਾਵਾਂ ਤਾਂ ਨਹੀਂ ਆਈਆਂ, ਨਾ ਹੀ ਉਹਨਾਂ ਨੇ ਇਹੋ ਜਿਹਾ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਡਾਕਟਰ ਚੌਧਰੀ ਨੂੰ ਇੱਕ ਲੀਗਲ ਨੋਟਿਸ ਮਿਲਿਆ ਕਿ ਇਹ ਜੋ ਤੁਸੀਂ ਕਰਨ ਜਾ ਰਹੇ ਹੋ ਇਹ ਸੁਸਾਈਡਲ ਅਟੈਂਪਟ ਹੈ, ਤੁਸੀਂ ਇਹ ਨਹੀਂ ਕਰ ਸਕਦੇ, ਤੁਹਾਨੂੰ ਸਜ਼ਾ ਹੋ ਸਕਦੀ। ਮਤਲਬ ਤੁਸੀਂ ਇਹ ਦੇਖੋ ਕਿ ਪੂਰਾ ਦਾ ਪੂਰਾ ਤੰਤਰ ਜਿਹੜਾ ਹੈ ਉਹ ਇਸ ਝੂਠ ਨੂੰ ਕਿਵੇਂ ਬਣਾ ਕੇ ਰੱਖਣਾ ਚਾਹੁੰਦਾ ਹੈ ਤੇ ਕਿਵੇਂ ਇਹ ਚਾਹੁੰਦਾ ਕਿ ਇਹ ਨੰਗਾ ਨਾ ਹੋਵੇ। ਇਹਦੇ ਪਿੱਛੇ ਵਿਸ਼ਵ ਵਿਆਪੀ ਮਤਲਬ ਜਿਹੜਾ ਦਵਾ ਕੰਪਨੀਆਂ ਦਾ ਪੂਰਾ ਲੌਬੀ ਹੈ, ਵਿਸ਼ਵ ਵਿਆਪੀ ਪੱਧਰ ਤੇ ਇਹ ਉਹ ਸਾਜ਼ਿਸ਼ ਹੈ ਜਿਹੜੀ ਲੋਕਾਂ ਨਾਲ ਕੀਤੀ ਜਾ ਰਹੀ ਹੈ। ਜੀ ਜੀ ਜੀ। ਤੇ ਅੱਜ ਆਪਾਂ ਇਹਦੇ ਪਿੱਛੇ ਜੋ ਲੌਜਿਕ ਹੈ ਉਹਦੀ ਗੱਲ ਕਰਾਂਗੇ। ਉਹਦੇ ਚ ਇਹ ਹੈ ਜੀ ਵੀ ਇੱਕ ਵੀ ਸਾਇੰਟੀਫਿਕ ਐਵੀਡੈਂਸ ਏਦਾਂ ਦਾ ਨਹੀਂ ਹੈ ਜਿਹੜਾ ਇਹ ਦੱਸ ਸਕੇ ਕਿ ਹਿਊਮਨ ਬਾਡੀ ਦੇ ਵਿੱਚ ਕਦੀ HIV ਨਾਂ ਦਾ ਵਾਇਰਸ ਪਾਇਆ ਵੀ ਗਿਆ। ਅੱਛਾ। ਨਾਟ ਈਵਨ ਸਿੰਗਲ ਐਵੀਡੈਂਸ। ਅੱਛਾ। ਮਤਲਬ ਜਿਹੜਾ ਕਿਸੇ ਵਾਇਰਸ ਨੂੰ ਮਤਲਬ ਸਾਬਿਤ ਕਰਨ ਲਈ ਜਿਹੜੇ ਪੈਮਾਨੇ ਹੁੰਦੇ ਨੇ, ਹਾਂਜੀ, ਉਹ ਉਹਨਾਂ ਦੇ ਉੱਤੇ ਕਦੀ ਵੀ ਇਹ ਚੀਜ਼ ਖਰੀ ਨਹੀਂ ਉਤਰੀ। ਔਰ HIV ਵਾਇਰਸ ਜਿਹੜਾ ਇਹ ਇਕੱਲੇ ਡਾਕਟਰ ਵਿਸ਼ਵਰੂਪ ਰਾਏ ਨੇ ਨਹੀਂ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਦੁਨੀਆ ਦੇ ਡਾਕਟਰਾਂ ਨੇ ਇਸ ਗੱਲ ਨੂੰ ਚੈਲੰਜ ਕੀਤਾ ਹੈ ਔਰ ਇਸ ਗੱਲ ਨੂੰ ਰੱਦ ਕੀਤਾ ਹੈ ਕਿ HIV ਨਾਮ ਦਾ ਕੋਈ ਵਾਇਰਸ ਐਗਜ਼ਿਸਟ ਹੀ ਨਹੀਂ ਕਰਦਾ ਜੀ। ਔਰ AIDS ਦੀ ਵਜ੍ਹਾ ਜਿਹੜੀ ਹੈ ਉਹ HIV ਵਾਇਰਸ ਨਹੀਂ ਬਣਦਾ। ਇਹ ਬਹੁਤ ਵੱਡੀ ਗੱਲ ਹੈ। ਮੇਰੀ ਇੱਕ ਵੀਡੀਓ ਹੈ ਮੇਰੇ ਚੈਨਲ ਤੇ, ਜਦੋਂ ਲੋਕ ਦੇਖਦੇ ਨੇ ਵੀਡੀਓ ਤਾਂ ਉਸ ਤੋਂ ਬਾਅਦ ਬੜੇ ਫੋਨ ਆਉਂਦੇ ਨੇ, ਬਹੁਤ ਸਾਰੇ ਲੋਕ ਸੰਪਰਕ ਕਰਦੇ ਨੇ, ਕਿਉਂਕਿ ਉਂਝ
ਆਪਾਂ ਨੂੰ ਨਹੀਂ ਲੱਗਦਾ। ਆਪਣੇ ਆਲੇ ਦੁਆਲੇ ਮੰਨ ਲਓ ਆਪਣੇ ਫਰੈਂਡ ਸਰਕਲ ਦੇ ਵਿੱਚ 10 ਲੋਕ ਆ, ਸਾਨੂੰ ਨਹੀਂ ਪਤਾ ਉਹਨਾਂ ਤੋਂ ਕਿਹੜਾ HIV ਪੋਜ਼ਿਟਿਵ ਹੋਵੇ, ਕਿਉਂਕਿ ਦੱਸਦਾ ਨਹੀਂ ਕੋਈ। ਕਿਉਂਕਿ ਇਹ ਚੀਜ਼ ਜੇ ਕੋਈ ਦੱਸੂਗਾ ਤਾਂ ਬੁਰਾਈ ਦਾ ਪਾਤਰ ਬਣੂਗਾ ਔਰ ਈਰਖਾ ਦਾ ਉਹਦੇ ਆਲੇ ਦੁਆਲੇ ਹੋ ਜੂਗੀ। ਇਸ ਕਰਕੇ ਇਹ ਚੀਜ਼ ਨੂੰ ਸਾਰੇ ਲੁਕਾਉਣਗੇ ਔਰ ਕੌਣ ਪੋਜ਼ਿਟਿਵ ਹੈ ਤਾਂ ਸਾਨੂੰ ਦੱਸੇ ਤੋਂ ਬਿਨਾਂ ਤਾਂ ਨਹੀਂ ਪਤਾ ਲੱਗਣਾ। ਬਿਲਕੁਲ, ਕਿਉਂਕਿ ਇਸ ਗੱਲ ਨੂੰ ਕੱਲਾ ਬਲੱਡ ਟ੍ਰਾਂਸਫਿਊਜ਼ਨ ਨਾਲ ਨਹੀਂ ਜੋੜਿਆ ਗਿਆ, ਇਸ ਗੱਲ ਨੂੰ ਜਿਹੜੇ ਅਸੁਰੱਖਿਅਤ ਯੌਨ ਸੰਬੰਧ ਹੁੰਦੇ ਨੇ, ਸਰੀਰਕ ਸੰਬੰਧ ਜਿਹੜੇ ਆ ਉਹਨਾਂ ਨਾਲ ਵੀ ਜੋੜਿਆ ਗਿਆ। ਹਾਂਜੀ ਜੀ। ਇਸ ਕਰਕੇ ਜਦੋਂ ਹੀ ਕਿਸੇ ਬੰਦੇ ਨੂੰ HIV ਪੋਜ਼ਿਟਿਵ ਕਹਿ ਦਿੱਤਾ ਜਾਂਦਾ ਹੈ ਤਾਂ ਉਹ ਬੰਦਾ ਲੋਕਾਂ ਦੀਆਂ ਨਜ਼ਰਾਂ 'ਚ ਉਹ ਇਸ ਤਰ੍ਹਾਂ ਦਾ ਬਣ ਜਾਂਦਾ। ਅਗਰ ਤਾਂ ਉਹ ਅਨਮੈਰਿਡ ਹੈ ਤਾਂ ਲੋਕ ਸੋਚਦੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਮੂੰਹ ਮਾਰਦਾ ਇਹ, ਔਰ ਜੇ ਵਿਆਹਿਆ ਵਰਿਆ ਤਾਂ ਹੋਰ ਵੀ ਜ਼ਿਆਦਾ ਇਸ ਗੱਲ ਤੇ ਉੱਤੇ ਸਵਾਲ ਖੜੇ ਹੋ ਜਾਂਦੇ ਨੇ। ਕਿਉਂਕਿ ਮਤਲਬ ਕੋਈ ਇਹ ਨਹੀਂ ਸੋਚਦਾ ਵੀ ਇਸ ਬੰਦੇ ਨੇ ਵਿਚਾਰੇ ਨੇ ਕਦੀ ਖੂਨ ਦਾਨ ਕੀਤਾ ਹੋਏਗਾ ਜਾਂ ਖੂਨ ਚੜਾਇਆ ਹੋਏਗਾ, ਉਹਦੇ ਨਾਲ ਹੋ ਸਕਦਾ ਹੈ। ਮਤਲਬ ਸਿੱਧਾ ਧਿਆਨ ਉਸ ਗੱਲ ਤੇ ਜਾਂਦਾ, ਕਿਉਂਕਿ ਅੱਛਾਈ ਜਿਹੜੀ ਹੈ ਨਾ ਉਹਦੇ ਵੱਲ ਧਿਆਨ ਘੱਟ ਜਾਂਦਾ, ਲੋਕ ਬੁਰਾਈ ਨੂੰ ਜ਼ਿਆਦਾ ਪ੍ਰਚਾਰਦੇ ਨੇ ਜੀ। ਇਸ ਕਰਕੇ ਉਹ ਵਿਅਕਤੀ ਜਿਹਨੂੰ HIV ਪੋਜ਼ਿਟਿਵ ਬੋਲ ਦਿੱਤਾ ਜਾਂਦਾ, ਉਹ ਵਿਅਕਤੀ ਸੱਚਮੁੱਚ ਜਿਹੜਾ ਉਹਦਾ ਜੀਣਾ ਦੁੱਭਰ ਹੋ ਜਾਂਦਾ ਹੈ ਤੇ ਉਹ ਬਿਮਾਰੀ ਨਾਲ ਮਰਨਾ ਕਿ ਨਹੀਂ ਮਰਨਾ, ਮਾਨਸਿਕ ਦਬਾਅ ਨਾਲ ਹੀ ਉਹ ਬੰਦਾ ਜਿਹੜਾ ਆਪਣਾ ਜਾਨ ਗਵਾ ਪੈਂਦਾ। ਕਿਉਂਕਿ ਮੈਂ ਉਹੀ ਚੀਜ਼ ਕਹਿ ਰਹੀ ਸੀ ਨਾ ਕਿ ਉਸ ਲੜਕੇ ਦਾ ਮਰਨਾ ਯੰਗ ਏਜ 'ਚ, ਬਹੁਤ ਸਾਡਾ ਹਮ ਉਮਰ ਸੀ ਉਹ ਮੁੰਡਾ, ਔਰ ਉਸ ਸਮੇਂ ਅਸੀਂ ਮੈਨੂੰ ਲੱਗਦਾ ਵੀ ਅਸੀਂ ਪੜ੍ਹਦੇ ਹੁੰਦੇ ਸੀ +1 +2 ਦੇ ਵਿੱਚ। ਹਾਂਜੀ, ਪਰ ਥੋੜਾ ਵੱਡਾ ਸੀ ਉਹ, ਕਾਲਜ ਦੇ ਵਿੱਚ ਸੀ ਉਹ, BA ਕਰ ਰਿਹਾ ਸੀਗਾ। ਮਤਲਬ ਇੰਨਾ ਕੁ ਫਰਕ ਸੀਗਾ। ਉਹ ਯੰਗ ਏਜ ਬॉय ਦਾ ਮਰਨਾ ਇਸ ਕਰਕੇ ਤੈਅ ਹੋ ਗਿਆ ਕਿ ਪਿੰਡ ਦੇ ਵਿੱਚ ਸਾਰੇ ਪਤਾ ਲੱਗ ਗਿਆ ਕਿ ਅੱਛਾ। ਸੈਕਿੰਡ ਪੁਆਇੰਟ ਜਿਹੜਾ ਤੁਸੀਂ ਦੱਸਿਆ ਹਨਾ, ਇੰਜੈਕਸ਼ਨ, ਜਿਹੜੇ ਆਪਾਂ ਫਸਟ ਪੁਆਇੰਟ ਕਹਿ ਦਿੰਦੇ ਸੀਗੇ ਕਿ ਕਿਸੇ ਦੀ ਅਸੀਂ ਸਰਿੰਜ ਜਦੋਂ ਯੂਜ਼ ਕਰਦੇ ਹਾਂ, ਯੂਜ਼ ਕੀਤੀ ਵੀ, ਉਸ ਤੋਂ ਇਹ ਫੈਲਦਾ, ਜਾਂ ਤੁਸੀਂ ਕਿਹਾ ਸੀ ਨਾ ਸਰੀਰਕ ਸੰਬੰਧ ਤੋਂ, ਤਾਂ ਉਸਦੇ ਉੱਪਰ ਟਾਰਗੇਟ ਹੀ ਉਹ ਸੈਕਿੰਡ ਪੁਆਇੰਟ ਨੂੰ ਕੀਤਾ ਗਿਆ। ਮਤਲਬ ਫਸਟ ਪੁਆਇੰਟ ਉਹਦਾ ਸੀ ਆਪਣਾ, ਉਹ ਫਸਟ ਪੁਆਇੰਟ ਨੂੰ ਸਾਰੇ ਜਾਣਦੇ ਵੀ ਸੀ ਕਿ ਉਹ ਇਸ ਕਰਕੇ ਇਸ ਪ੍ਰੋਬਲਮ 'ਚ ਆਇਆ, ਪਰ ਟਾਰਗੇਟ ਕੀ ਕਰਦੇ ਸੀ ਉਹ ਸੈਕਿੰਡ ਪੁਆਇੰਟ ਨੂੰ ਲੈ ਕੇ ਕਿ ਅਵਾਰਾ ਹੈ ਮੁੰਡਾ, ਤੁਰਿਆ ਫਿਰਦਾ ਬਾਹਰ, ਇਹਨੇ ਏਦਾਂ ਕੁਝ ਕੀਤਾ ਹੋਊਗਾ, ਇਹਨੂੰ ਤਾਂ ਹੋ ਗਿਆ। ਮਤਲਬ ਜਿਹੜੀ ਚੀਜ਼ ਸਾਨੂੰ ਦਿਖ ਰਹੀ ਹੈ ਅਸੀਂ ਉਹਨੂੰ ਚੀਜ਼ ਨੂੰ ਛੱਡ ਕੇ ਜੋ ਅਸੀਂ ਉਸਦੀ ਨਹੀਂ ਦੇਖੀ ਅਸੀਂ ਉਸ ਵੱਲ ਹੋ ਗਏ। ਇਹ ਸਾਡੀ ਦੁਨੀਆ ਦਾ ਦਸਤੂਰ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਟਾਰਗੇਟ ਕਰਨਾ ਤਾਂ ਕਿਸ ਤਰੀਕੇ ਨਾਲ ਕਰੋਗੇ ਕਿ ਉਹ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਬਿਮਾਰ ਹੋ ਜਾਂਦਾ ਬੰਦਾ। ਇੱਕ ਵੈਸੇ ਬਿਮਾਰ ਹੁੰਦਾ ਕਰ ਦਿੰਦੇ ਆ। ਹਾਂਜੀ, ਆਪਾਂ ਇੱਕ ਹੋਰ ਛੋਟੀ ਜਿਹੀ ਉਦਾਹਰਨ ਤੋਂ ਇਸ ਗੱਲ ਨੂੰ ਸਾਬਿਤ ਕਰਦੇ ਹਾਂ ਕਿ ਅਸਲ 'ਚ ਲੋਕਾਂ ਦਾ ਸੋਚਣ ਦਾ ਤਰੀਕਾ ਕੀ ਹੈ, ਬੁਰਾਈ ਕਿਵੇਂ ਫੈਲਦੀ ਹੈ। ਜੀ ਜੀ ਜੀ। ਤੁਸੀਂ ਮੰਨ ਲਓ ਕਿਤੇ ਖੜੇ ਹੋ ਤੇ ਕੋਈ ਸਟ੍ਰੇਂਜਰ, ਕੋਈ ਅਣਜਾਣ ਵਿਅਕਤੀ ਜਿਹੜਾ ਤੁਹਾਨੂੰ ਜਾਣਦਾ ਨਹੀਂ, ਹਾਂਜੀ, ਮਤਲਬ ਇੱਕ ਬੰਦਾ ਸੜਕ ਤੇ ਖੜਾ ਹੈ, ਦੂਜਾ ਬੰਦਾ ਉਹਨੂੰ ਜਾਣਦਾ ਨਹੀਂ, ਉਹਦੇ ਕੋਲ ਆਉਂਦਾ ਹੈ ਤੇ ਪੈਂਦੀ ਸੱਟੇ ਉਹਨੂੰ ਕਹਿੰਦਾ ਹੈ ਤੂੰ ਗਧਾ। ਹਾਂ ਜੀ ਜੀ। ਤਾਂ ਉਹ ਬੰਦਾ ਕੁਛ ਨਹੀਂ ਸੋਚਦਾ, ਉਹ ਸਿੱਧਾ ਹੀ ਉਹਨੂੰ ਕਹਿੰਦਾ ਤੂੰ ਗਧਾ, ਤੇਰਾ ਪਿਓ ਗਧਾ, ਤੇਰਾ ਖਾਨਦਾਨ ਗਧਾ। ਮਤਲਬ ਉਹ ਰਿਐਕਟ ਕਰਦਾ, ਬਿਲਕੁਲ ਜੀ। ਅੱਛਾ, ਜੇ ਇਹੀ ਘਟਨਾ ਉਹ ਬੰਦਾ ਇੱਕ ਖੜਾ ਹੈ, ਦੂਜਾ ਇੱਕ ਅਣਜਾਣ ਵਿਅਕਤੀ ਆ ਕੇ ਉਹਨੂੰ ਕਹਿੰਦਾ ਆਈ ਲਵ ਯੂ, ਮੈਂ ਤੈਨੂੰ ਪਿਆਰ ਕਰਦਾ ਜੀ, ਤੇ ਤੂੰ ਯਾਰ ਬਹੁਤ ਸੋਹਣਾ ਲੱਗਦਾ ਮੈਨੂੰ, ਤਾਂ ਉਹ ਬੰਦਾ ਬਦਲ ਕੇ ਇਹ ਨਹੀਂ ਕਹੇਗਾ ਯਾਰ ਤੂੰ ਵੀ ਬੜਾ ਸੋਹਣਾ ਹੈ। ਨਹੀਂ, ਉਹ 100 ਸਵਾਲ ਕਰੇਗਾ, ਤੂੰ ਮੈਨੂੰ ਜਾਣਦਾ, ਤੂੰ ਮੈਨੂੰ ਕਿੱਥੇ ਮਿਲਿਆ ਸੀ, ਆਪਾਂ ਕਿੱਦਾਂ ਜਾਣਦੇ ਆ। ਮਤਲਬ ਬੁਰੀ ਗੱਲ ਜਿਹੜੀ ਹੈ ਉਹਦਾ ਤਾਂ ਰਿਐਕਸ਼ਨ ਏਦਾਂ ਬਿਨਾਂ ਜਾਣੇ ਪਛਾਣੇ ਦਿੱਤਾ। ਲੇਕਿਨ ਜਦੋਂ ਕੋਈ ਚੰਗੀ ਗੱਲ ਹੈ ਤਾਂ ਉਹਦੇ ਲਈ 100 ਸਵਾਲ ਮੋਰੇ ਖੜਾ ਕਰਤਾ। ਵੀ ਸਿੰਪਲ ਕਿਸੇ ਨੇ ਤੁਹਾਨੂੰ ਕਿਹਾ ਆਈ ਲਵ ਯੂ, ਤੁਸੀਂ ਕਹਿ ਦਿਓ ਆਈ ਲਵ ਯੂ। ਤੂੰ ਮੰਨ ਲਓ ਕੋਈ ਬੰਦਾ ਤੁਹਾਨੂੰ ਡਾਕਟਰ ਸਾਹਿਬ ਇੱਕ ਜਸਟ ਫਨੀ ਦੀ ਗੱਲ ਹੋ ਗਈ ਆਪਣੇ ਇਸ ਸੈਗਮੈਂਟ ਦੇ ਵਿੱਚ, ਇਹ ਪੰਗੇ ਪੈ ਜਾਣਗੇ ਜੀ। ਇਹ ਆਪਣਾ ਜਿਹੜਾ ਇੰਡੀਆ ਕਲਚਰ ਹੈ ਨਾ, ਇਹ 2 ਤਾਂ ਫਿਰ 2 ਤੋਂ ਤਾਂ ਬਹੁਤ ਸਾਰੇ 2 ਜੁੜ ਜਾਣਗੇ, ਘਰ ਦੇ ਸਾਰੇ ਮੈਂਬਰ 2 ਕਰ ਲਾਉਣਗੇ। ਫਿਰ ਕੱਲਾ ਤੁਹਾਨੂੰ ਜਿਹਨੂੰ ਤੁਸੀਂ ਆਈ ਲਵ ਯੂ ਬੋਲਿਆ ਸੀ, ਕੱਲਾ ਉਹ ਆਈ ਲਵ ਯੂ 2 ਨਹੀਂ ਕਹੂਗਾ, ਉਹਦੇ ਮਾਂ ਬਾਪ, ਉਹਦੇ ਚਾਚੇ ਤਾਏ, ਉਹਦੇ ਮਾਮੇ ਮਸੌਰੇ, ਉਹਦੇ ਭਰਾ ਭਾਬੀਆਂ ਸਭ ਆਉਣਗੇ, ਤਾਂ ਤੁਹਾਡੇ ਤੋਂ ਸਾਂਭੇ ਨਹੀਂ ਜਾਣੇ ਲਵ ਯੂ 2 ਵਾਲੇ ਸ਼ਬਦ। ਇਹ ਤਾਂ ਚੁਟਕਲਾ ਬਣ ਗਿਆ ਜੀ। ਬਹੁਤ ਵੱਡੀ ਚੁਟਕਲਾ। ਭਾਵ ਮੇਰਾ ਇਹ ਹੈ
ਵੀ ਚਲੋ ਆਈ ਲਵ ਯੂ ਵਾਲੀ ਗੱਲ ਨੂੰ ਛੱਡ ਦਈਏ ਤਾਂ ਅਗਰ ਉਹ ਬੰਦਾ ਸਿੰਪਲ ਇਹ ਕਹਿੰਦਾ ਕਿ ਭਾਈ ਸਾਹਿਬ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ਤਾਂ ਵੀ ਤੁਹਾਡਾ ਰਿਐਕਸ਼ਨ ਇਹ ਨਹੀਂ ਕਦੀ ਵੀ ਹੋਊਗਾ ਕਿ ਤੂੰ ਵੀ ਯਾਰ ਮੈਨੂੰ ਬਹੁਤ ਚੰਗਾ ਲੱਗਦਾ है ना। लव यू छड़ दिया पर लाइक यू भी कर दिए। जब कोई बंदा आके कहता यार तू कितना सोहना कितना स्मार्ट लगता तो आप पूछेंगे तू है कौन मैनू इन्ना सोहना कहने वाला। जदों किसी ने गधा कहा उदों नहीं पूछा तू कौन है तेरी मेरी की दुश्मनी है भाई तू मैनू क्यों गधा कह रहा। उदों 35 मिनट पलट के आप जवाब दिता है तू गधा तो तेरा प्यो भी गधा। सही है। मतलब इस गल तो भाव मेरा यही है भी अच्छिया चीजा ਜਿਹੜੀਆਂ ने ना उन्होंने स्प्रैड होने ਨੂੰ बहुत समा लगता है। उन्होंने सामने बहुत सारे सवाल खड़े किए जाते हैं। बुरिया चीजा ਨੂੰ स्प्रैड करना बहुत आसान है। बुराई ਜਿਹੜੀ है बहुत तेजी ਨਾਲ फैलਦੀ। बिल्कुल सही है जी। इस करके झूठ ते बुराई ਜਿਹੜੀ है ना ਉਹਨੂੰ फैलਣ ਨੂੰ बहुत घट समा लगता है ते ਅਸੀਂ ਉਹਦਾ शिकार बहुत जल्दी हो जाते हैं। ਤਾਂ ਅੱਜ ਅਸੀਂ ਗੱਲ ਇਸ ਗੱਲ ਤੇ ਕਰਾਂਗੇ। ਪਹਿਲੀ ਗੱਲ 2 ਟੈਸਟ ਕੀਤੇ ਜਾਂਦੇ ਨੇ ਜਿਹੜੇ HIV ਪੋਜ਼ਿਟਿਵ ਵਿਅਕਤੀ ਲਈ ਕੀਤੇ ਜਾਂਦੇ ਨੇ। ਇੱਕ ਤਾਂ ਹੈਗਾ RT-PCR ਟੈਸਟ ਜੀ, ਉਹੀ ਟੈਸਟ ਜਿਹੜਾ ਕੋਰੋਨਾ ਲਈ ਕੀਤਾ ਜਾਂਦਾ ਹੈ। ਅੱਛਾ, RT-PCR ਜਿਹੜਾ ਟੈਸਟ ਹੈ ਇਹਦਾ ਜਿਹੜਾ ਮੈਨੂਫੈਕਚਰਰ ਹੈ ਇਹਦਾ ਜਿਹੜਾ ਇਨਵੈਂਟਰ ਆ ਉਸੇ ਬੰਦੇ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਇਹ ਕਿਸੇ ਸਪੈਸ਼ਲ ਵਾਇਰਸ ਨੂੰ ਲੱਭਣ 'ਚ ਕਾਮਯਾਬ ਨਹੀਂ ਹੈ ਇਹ ਮੇਰਾ ਟੈਸਟ ਜੀ। ਤੇ ਇਹ RT-PCR ਟੈਸਟ ਜਿਹੜੀ ਅਮਰੀਕਾ ਦੀ FDA ਉਹਦੇ ਵੱਲੋਂ ਅਪਰੂਵ ਵੀ ਹੈ ਨਹੀਂ। ਅੱਛਾ, ਠੀਕ ਹੈ। ਤੇ ਇਹਦੇ 'ਚ ਬਹੁਤ ਸਾਰੇ ਫਾਲਸ ਪੋਜ਼ਿਟਿਵ ਦੇ ਰਿਜ਼ਲਟ ਜਿਹੜੇ ਨੇ ਬਹੁਤ ਸਾਰੀ ਸੰਭਾਵਨਾ ਕਿ ਫਾਲਸ ਪੋਜ਼ਿਟਿਵ ਦੱਸਦਾ ਹੈ। मतलब किसी नूं भी मैं सारे ਸਰੋਤਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ मतलब ਸਾਰਿਆਂ ਦੇ ਉੱਤੇ ਖਤਰਾ ਮੰਡਰਾਉਂਦਾ। ਤੁਸੀਂ ਕਿੰਨੇ ਵਫਾਦਾਰ ਹੋ ਆਪਣੇ ਪਰਿਵਾਰ ਪ੍ਰਤੀ ਆਪਣੀ ਪਤਨੀ ਪ੍ਰਤੀ ਆਪਣੇ ਪਤੀ ਪ੍ਰਤੀ ਤੁਸੀਂ ਕਿੰਨਾ ਸਾਫ਼ ਸੁਥਰਾ ਰਹਿੰਦੇ ਹੋ ਲੇਕਿਨ ਕਦੀ ਵੀ ਕਿਸੇ ਵੀ ਵਿਅਕਤੀ ਨੂੰ HIV ਪੋਜ਼ਿਟਿਵ ਦਾ ਲੈਵਲ ਕਦੀ ਨਹੀਂ ਲਗਾਤਾ ਜਾ ਸਕਦਾ ਜੀ। क्योंकि RT-PCR ਟੈਸਟ ਤਾਂ ਕੋਰੋਨਾ ਦੇ ਮਾਮਲੇ 'ਚ ਆਪਾਂ ਦੇਖਿਆ ਤੁਸੀਂ ਰੈਂਡਮਲੀ 100 ਲੋਕਾਂ ਦਾ ਟੈਸਟ ਕਰੋਗੇ 100 ਹੈਲਥੀ ਲੋਕਾਂ ਦਾ ਟੈਸਟ ਕਰੋਗੇ ਤਾਂ ਉਹਦੇ ਤੋਂ 10% ਤਾਂ ਉਹਦਾ ਫਾਲਸ ਹੈਗਾ ਹੀ ਹੈਗਾ। 10 ਤੋਂ ਲੈ ਕੇ 50% ਤੱਕ ਫਾਲਸ ਪੋਜ਼ਿਟਿਵ ਰਿਪੋਰਟ ਹੋ ਸਕਦੀ ਹੈ। ਅੱਛਾ, ਕੀ ਬਾਤ ਹੈ ਭਾਈ। ਮਤਲਬ ਜਦੋਂ ਤੁਹਾਨੂੰ ਇੱਕ ਵਾਰ ਕਿਸੇ ਨੇ ਪੋਜ਼ਿਟਿਵ ਕਹਿ ਦਿੱਤਾ ਫਿਰ ਤਾਂ ਤੁਹਾਡੀ ਕੋਈ ਸੁਣਵਾਈ ਹੈ ਹੀ ਨਹੀਂ। ਸਹੀ ਗੱਲ ਹੈ, ਗੱਲ ਹੀ ਖਤਮ ਹੋ ਗਈ ਫਿਰ ਤਾਂ। ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ ਤੁਹਾਡੀ। ਤੇ ਦੂਸਰਾ ਟੈਸਟ ਜਿਹੜਾ ਉਹ ਇੱਕ ਐਂਟੀਬਾਡੀ ਟੈਸਟ ਕੀਤਾ ਜਾਂਦਾ ਹੈ ਜਿਹਨੂੰ ਇਹ ਕਿਹਾ ਜਾਂਦਾ HERV ਐਂਟੀਬਾਡੀ ਟੈਸਟ ਜੀ। ਮਤਲਬ ਜੇ ਆਪਾਂ ਗੱਲ ਕਰੀਏ ਤਾਂ ਸਪੈਸ਼ਲ ਵਾਇਰਸ ਨੂੰ ਫਾਈਂਡ ਆਊਟ ਕਰਨ ਲਈ ਕੋਈ ਟੈਸਟ ਨਹੀਂ ਹੈ ਵੀ ਕੋਈ ਇਹੋ ਜਿਹਾ ਟੈਸਟ ਹੋਵੇ ਜਿਹੜਾ ਇਹ ਦੱਸ ਸਕੇ ਕਿ ਇਸ ਵੇਲੇ ਤੁਹਾਡੇ ਅੰਦਰ HIV ਨਾਮ ਦਾ ਵਾਇਰਸ ਹੈਗਾ ਜੀ। ਕੋਈ ਐਸਾ ਟੈਸਟ ਨਹੀਂ ਹੈ। ਤਾਂ ਜਿਹੜਾ HERV ਐਂਟੀਬਾਡੀ ਟੈਸਟ ਹੈ ਉਹ ਐਂਟੀਬਾਡੀ ਸਾਡੀ ਬੋਡੀ ਬਣਾਉਂਦੀ ਹੈ। ਇੱਕ ਵਾਇਰਸ ਹੁੰਦਾ ਰੈਟਰੋ ਵਾਇਰਸ ਉਹਨੂੰ ਕਹਿੰਦੇ ਆ। HERV ਦਾ ਮਤਲਬ ਹੈ ਹਿਊਮਨ ਐਂਡੋਜੈਨਸ ਰੈਟਰੋ ਵਾਇਰਸ। ਜਦੋਂ ਵੀ ਕਿਸੇ ਵਿਅਕਤੀ ਨੂੰ ਨਿਮੋਨੀਆ ਹੁੰਦਾ TB ਹੁੰਦੀ ਹੈ ਕੋਈ ਪ੍ਰੈਗਨੈਂਟ ਔਰਤ ਹੁੰਦੀ ਹੈ ਜਾਂ ਮਤਲਬ ਇਨਫੈਕਸ਼ੀਅਸ ਡਿਜ਼ੀਜ਼ ਹੁੰਦੀ ਹੈ ਤਾਂ ਕਈ ਵਾਰ ਉਹ ਬੋਡੀ ਸਾਡੀ ਉਸ ਵਾਇਰਸ ਨੂੰ ਬਣਾਉਂਦੀ ਹੈ ਤੇ ਉਹਨੂੰ ਮਾਰਨ ਲਈ ਐਂਟੀਬਾਡੀ ਵੀ ਬਣਾਉਂਦੀ ਹੈ। ਆਵਾਜ਼ ਆ ਰਹੀ ਹੈ ਨਾ ਜੀ? ਹਾਂਜੀ ਹਾਂਜੀ, ਪੂਰੀ ਵਧੀਆ ਆ ਰਹੀ ਹੈ ਜੀ। ਤਾਂ ਉਹ ਜਿਹੜੇ ਐਂਟੀਬਾਡੀ ਹੈ ਉਹਨਾਂ ਨੂੰ ਟੈਸਟ ਕੀਤਾ ਜਾਂਦਾ। ਜੇ ਉਹ ਐਂਟੀਬਾਡੀ ਪੋਜ਼ਿਟਿਵ ਪਾਏ ਜਾਂਦੇ ਆ ਤਾਂ ਤੁਹਾਨੂੰ HIV ਪੋਜ਼ਿਟਿਵ ਕਹਿ ਦਿੱਤਾ ਜਾਂਦਾ ਜੀ। ਪਹਿਲਾਂ ਇਹਦੇ ਚ 10-12 ਬਿਮਾਰੀਆਂ ਰੱਖੀਆਂ ਸੀਆਂ। ਪਹਿਲਾਂ ਜਿਹੜਾ ਪ੍ਰੋਟੋਕੋਲ ਸੀ ਵੀ ਆਹ 10-12 ਬਿਮਾਰੀਆਂ ਨੇ ਜੇ ਇਹਨਾਂ ਬਿਮਾਰੀਆਂ ਵਾਲਾ ਕੋਈ ਮਰੀਜ਼ ਹਸਪੀਟਲ ਆਏਗਾ ਤਾਂ ਉਹਦਾ HIV ਟੈਸਟ ਕਰਨਾ। ਠੀਕ ਹੈ। ਮੰਨ ਲਓ ਇੱਕ ਬੰਦਾ TB ਦਾ ਮਰੀਜ਼ ਹੈ ਉਹ ਹਸਪੀਟਲ ਆਇਆ ਉਹਦਾ HIV ਟੈਸਟ ਹੋਇਆ ਅਗਰ HIV ਪੋਜ਼ਿਟਿਵ ਹੈ ਤਾਂ ਉਹਨੂੰ AIDS ਦਾ ਮਰੀਜ਼ ਕਿਹਾ ਜਾਊਗਾ। ਅਗਰ ਨੈਗੇਟਿਵ ਹੈ ਤਾਂ ਉਹਨੂੰ TB ਦਾ ਮਰੀਜ਼ ਕਿਹਾ ਜਾਊਗਾ। ਇਹ ਪ੍ਰੋਟੋਕੋਲ ਹੈ। ਉਸ ਤੋਂ ਬਾਅਦ ਹੌਲੀ ਹੌਲੀ ਕਰਦੇ ਕਰਦੇ ਉਹ ਬਿਮਾਰੀਆਂ ਦੀ ਲਿਸਟ ਜਿਹੜੀ ਉਹ ਵਧਾਉਂਦੇ 30-35 ਬਿਮਾਰੀਆਂ ਹੋ ਗਈਆਂ ਤੇ ਜਿਉਂ ਉਹਨਾਂ ਦੀ ਬਿਮਾਰੀਆਂ ਦੀ ਲਿਸਟ ਵਧੀ ਜਾਂਦੀ ਹੈ ਤਿਉਂ HIV ਪੋਜ਼ਿਟਿਵ ਲੋਕਾਂ ਦੀ ਗਿਣਤੀ ਵਧੀ ਜਾਂਦੀ ਹੈ ਜੀ। ਕਿਉਂਕਿ ਉਸ ਘੇਰੇ 'ਚ ਮਤਲਬ ਪਹਿਲਾਂ ਕਿਹਾ ਵੀ
ਮੰਨ ਲਓ ਟੀਵੀ ਹੈ, ਮੁੜ ਕੇ ਹੋ ਗਿਆ ਵੀ ਜਿਹਨੂੰ ਨਜ਼ਲਾ ਜ਼ੁਕਾਮ ਹੈ ਉਹਦਾ ਵੀ HIV ਪੋਜ਼ਿਟਿਵ ਚੈੱਕ ਕਰਨਾ, HIV ਟੈਸਟ ਕਰਨਾ ਹੈ, ਉਹ ਪੋਜ਼ਿਟਿਵ ਆ ਗਿਆ ਤੇ ਉਹ ਸਿੰਪਲ ਨਜ਼ਲੇ ਜ਼ੁਕਾਮ ਦਾ ਮਰੀਜ਼ ਹੈ ਜਿਹੜਾ ਉਹ ਵੀ ਏਡਜ਼ ਦਾ ਮਰੀਜ਼ ਐਲਾਨ ਕਰਤਾ ਜਾਊਗਾ। ਤੇ ਜਿਹੜਾ ਪ੍ਰੋਟੋਕੋਲ ਹੈ ਜੋ ਹਸਪੀਟਲ ਦਾ ਜਾਂ ਜੋ ਸਿਸਟਮ ਹੈ ਉਹ ਕੀ ਹੈ ਵੀ ਜਦੋਂ ਤੁਹਾਡਾ HIV ਪੋਜ਼ਿਟਿਵ ਦਾ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਤੁਹਾਨੂੰ ਫਾਲੋਅਪ ਕੀਤਾ ਜਾਂਦਾ ਹੈ, ਤੁਹਾਡਾ ਪਿੱਛਾ ਕੀਤਾ ਜਾਂਦਾ ਹੈ। ਲਗਾਤਾਰ ਤੁਹਾਨੂੰ ਹਸਪੀਟਲ ਤੋਂ ਫੋਨ ਜਾਂਦੇ ਨੇ, ਤੁਸੀਂ ਆਓ, ਤੁਹਾਨੂੰ ਕਾਉਂਸਲਿੰਗ ਵੀ ਬੁਲਾਇਆ ਜਾਂਦਾ ਹੈ, ਉਸ ਤੋਂ ਬਾਅਦ ਤੁਹਾਨੂੰ ਇੱਕ ਦਵਾਈ ਖਾਣ ਲਈ ਜ਼ਬਰਦਸਤੀ ਕਿਹਾ ਜਾਂਦਾ। ਕੋਈ ਬੰਦਾ ਇਹ ਕਹੇ ਮੈਂ ਨਹੀਂ ਖਾਣੀ ਦਵਾਈ, ਤਾਂ ਉਹਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਆਹ ਦਵਾਈ ਤੈਨੂੰ ਖਾਣੀ ਪੈਣੀ ਹੈ। ਟੀਵੀ ਦੀ ਰੋਗ ਦਾ ਕਾਫੀ ਕੰਟੀਨਿਊ ਰਹਿੰਦਾ ਸੀ ਇਹਦੀ ਮੈਡੀਸਨ, ਹੈ ਨਾ, ਇੱਕ ਟੈਬਲੇਟ ਮੈਨੂੰ ਲੱਗਦਾ ਕੰਟੀਨਿਊ ਹੀ ਰਹਿੰਦੀ ਹੈ। ਨਹੀਂ, ਹਮੇਸ਼ਾ ਖਾਣੀ ਪੈਂਦੀ ਹੈ। ਉਹਦੇ ਬਾਰੇ ਇਹਦਾ ਜਿਹੜੀ ART ਥੈਰੇਪੀ ਹੈ, ਜਿਹੜੀ ਹਸਪਤਾਲ ਤੋਂ ਮੁਫਤ ਦਵਾ ਮਿਲਦੀ ਹੈ, ਉਹਦੇ ਬਾਰੇ ਇਹ ਮੈਡੀਕਲ ਜਿਹੜੀ ਇੰਡਸਟਰੀ ਹੈ ਜਾਂ ਮੈਡੀਕਲ ਸਿਸਟਮ ਹੈ ਉਹ ਇਹ ਕਹਿੰਦਾ ਹੈ ਕਿ ਇਹ ਦਵਾ ਪੇਸ਼ੈਂਟ ਦੀ ਉਮਰ ਵਧਾ ਸਕਦੀ ਹੈ, ਬਚਾ ਨਹੀਂ ਸਕਦੀ, ਉਹਨੂੰ ਮਰਨਾ ਉਹਨੇ ਹੈ, ਲੇਕਿਨ ਉਹਦਾ ਜੀਵਨ ਕਾਲ ਵਧਾ ਸਕਦੀ ਹੈ। ਇਹਦੇ ਉਲਟ ਅਸਲੀਅਤ ਇਹ ਹੈ ਪ੍ਰੈਕਟੀਕਲੀ, ਮਤਲਬ ਮੈਂ ਇਹ ਆਪਣੇ ਪਿਛਲੇ 2-2.5 ਸਾਲ ਦੇ ਤਜਰਬੇ 'ਚ ਦੇਖਿਆ ਤੇ ਉਸ ਤੋਂ ਪਹਿਲਾਂ ਵੀ ਇਸ ਗੱਲ ਦੀਆਂ ਬਹੁਤ ਸਾਰੇ ਸਬੂਤ ਨੇ। ਇੱਕ ਵਿਅਕਤੀ HIV ਪੋਜ਼ਿਟਿਵ ਕਹਿ ਦਿੱਤਾ ਗਿਆ ਉਹਨੂੰ, ਉਸ ਤੋਂ ਬਾਅਦ ਉਹ ਵਿਅਕਤੀ ਦਵਾ ਨਹੀਂ ਖਾਂਦਾ ਤਾਂ ਉਹ ਲੰਬਾ ਸਮਾਂ ਜ਼ਿੰਦਾ ਰਹਿੰਦਾ ਹੈ, ਕਿਉਂਕਿ ਜਿਹੜੀ ਦਵਾ ਹੈ ਇਹ ਦਵਾ ਪਹਿਲਾਂ ਕੈਂਸਰ ਦੀ ਦਵਾ ਦੇ ਤੌਰ ਤੇ ਵਰਤੀ ਜਾਂਦੀ ਸੀ, ਕੀਮੋਥੈਰੇਪੀ ਡਰੱਗ ਹੈ, ਲੇਕਿਨ ਇਹਦੇ ਇੰਨੇ ਜ਼ਿਆਦਾ ਸਾਈਡ ਇਫੈਕਟ ਹੁੰਦੇ ਸੀਗੇ ਤੇ ਕੈਂਸਰ ਦੀ ਦਵਾ ਦੇ ਤੌਰ ਤੇ ਇਹਨੂੰ ਵਰਤਣਾ ਬੰਦ ਕਰਤਾ ਗਿਆ। ਉਸ ਤੋਂ ਬਾਅਦ ਇਸ ਦਵਾ ਨੂੰ ਏਡਜ਼ ਦੀ ਦਵਾ ਕਹਿ ਕੇ ਵੇਚਣਾ ਸ਼ੁਰੂ ਕਰਤਾ। ਹੁਣ ਆਪਾਂ ਨੂੰ ਇਹ ਲੱਗਦਾ ਹੈ, ਬੜੀ ਅਜੀਬ ਗੱਲ ਹੈ, ਸਾਨੂੰ ਇਹ ਲੱਗਦਾ ਵੀ ਇਹਦੇ 'ਚ ਵਪਾਰ ਕਿੱਥੇ ਹੈ ਜੀ, ਇਹ ਤਾਂ ਸਰਕਾਰ ਫ੍ਰੀ ਦੇ ਰਹੀ ਹੈ ਦਵਾਈ, ਇਹਦੇ 'ਚ ਕਿਸੇ ਦਾ ਕੀ ਲਾਭ ਹੈ ਜਾਂ ਸਰਕਾਰ ਨੂੰ ਕੀ ਫਾਇਦਾ ਇਹਦੇ 'ਚ। ਤਾਂ ਮੈਂ ਸਰੋਤਿਆਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਸਰਕਾਰ ਤੁਹਾਨੂੰ ਫ੍ਰੀ ਦੇ ਰਹੀ ਹੈ, ਲੇਕਿਨ ਸਰਕਾਰ ਨੂੰ ਉਹ ਕੰਪਨੀ ਫ੍ਰੀ ਨਹੀਂ ਦੇ ਰਹੀ। ਠੀਕ ਹੈ। ਸਰਕਾਰ ਹਰ ਸਾਲ ਬਜਟ ਹੁੰਦਾ ਹੈ ਇੱਕ ਰੱਖਿਆ ਹੋਇਆ, ਜਿਹੜਾ ਏਡਜ਼ HIV ਦੇ ਲਈ ਬਜਟ ਬਣਿਆ ਹੋਇਆ ਬਕਾਇਦਾ, ਉਹਨਾਂ ਪੈਸਾ ਹਰ ਸਾਲ ਉਸ ਕੰਪਨੀ ਦੇ ਖਾਤੇ 'ਚ ਜਾਂਦਾ ਹੈ ਤੇ ਦਵਾਈ ਆਉਂਦੀ ਹੈ। ਉਹ ਦਵਾਈ ਸਰਕਾਰੀ ਹਸਪਤਾਲ ਤੋਂ ਫ੍ਰੀ ਮਿਲਦੀ ਹੈ, ਲੇਕਿਨ ਉਹ ਪੈਸਾ ਜਿਹੜਾ ਸਰਕਾਰ ਉਸ ਕੰਪਨੀ ਨੂੰ ਦਿੰਦੀ ਹੈ ਉਹ ਅਲਟੀਮੇਟਲੀ ਸਾਡਾ ਹੀ ਪੈਸਾ। ਘੁੰਮ ਫਿਰ ਕੇ ਕਿਤੇ ਨਾ ਕਿਤੇ ਫਿਰ ਸਾਡੀਆਂ ਜੇਬਾਂ ਤੇ ਹੀ ਭਾਰ ਆਉਂਦਾ। ਹਾਂ, ਉਹ ਟੈਕਸ ਪੇਅਰ ਦਾ ਹੀ ਪੈਸਾ ਜੀ। ਸਰਕਾਰ ਕੋਲ ਪੈਸਾ ਕਿੱਥੋਂ ਆਉਂਦਾ? ਜਿਹੜੇ ਅਸੀਂ ਅਲੱਗ-ਅਲੱਗ ਚੀਜ਼ਾਂ ਦੇ ਟੈਕਸ ਦਿੰਦੇ ਆ, ਜੋ ਵੀ ਸਮਾਨ ਖਰੀਦਦੇ ਆ ਉਹਦਾ ਟੈਕਸ ਦਿੰਦੇ ਆ, ਰੋਡ ਟੈਕਸ ਦਿੰਦੇ ਆ, ਪੈਟਰੋਲ ਡੀਜ਼ਲ ਤੇ ਇੰਨਾ ਟੈਕਸ ਦਿੰਦੇ ਆ, ਤਾਂ ਉਹੀ ਟੈਕਸ ਦਾ ਪੈਸਾ ਹੈ ਜਿਹੜਾ ਉਹ ਦਵਾ ਕੰਪਨੀਆਂ ਦੇ ਖਾਤੇ 'ਚ ਜਾਂਦਾ ਹੈ। ਸਰਕਾਰ ਫ੍ਰੀ ਦੇ ਕੇ ਕੋਈ ਆਸਾਨ ਨਹੀਂ ਕਰਦੀ। ਅਤੇ ਆਪਾਂ ਸਮਝਦੇ ਕਿ ਆਪਾਂ ਮੈਡੀਸਨ ਆਪਾਂ ਨੂੰ ਇਹ ਮਿਲੀ ਹੈ, ਸਰਕਾਰੀ ਡਿਪਾਰਟਮੈਂਟ ਤੋਂ ਮਿਲੀ ਹੈ, ਇਹ ਆਪਾਂ ਨੂੰ ਫ੍ਰੀ ਮਿਲੀ ਹੈ ਤੇ ਆਪਾਂ ਉਸ ਫ੍ਰੀ ਦੇ ਚੱਕਰ ਦੇ ਵਿੱਚ ਬਹੁਤ ਵਾਰੀ ਤਾਂ ਮਰੀਜ਼ ਮੈਂ ਇਦਾਂ ਦੇ ਵੇਖੇ ਆ, ਕਿਉਂਕਿ ਆਪਾਂ ਬਾਹਲੀ ਦੂਰ ਨਹੀਂ ਜਾਂਦੇ, ਆਪਣੇ ਆਲੇ ਦੁਆਲੇ ਕੁਝ ਇਦਾਂ ਦੇ ਮਰੀਜ਼ ਮਿਲ ਜਾਂਦੇ ਆ ਜੋ ਦਵਾਈ ਨੂੰ ਕੰਟੀਨਿਊ ਇਸ ਕਰਕੇ ਕਰਦੇ ਕਿ ਕਿਹੜਾ ਪੈਸਾ ਲੱਗ ਰਿਹਾ, ਫ੍ਰੀ ਤਾਂ ਹੈਗੀ ਆ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਜਿਨ੍ਹਾਂ ਲੋਕਾਂ ਨੂੰ ਅਸਲ ਤੁਸੀਂ ਇਹ ਦੇਖ ਸਕਦੇ ਹੋ, ਜਿਨ੍ਹਾਂ ਲੋਕਾਂ ਨੂੰ ਮੈਡੀਕਲ ਫੈਸਿਲਿਟੀ ਫ੍ਰੀ ਮਿਲੀਆਂ ਹੁੰਦੀਆਂ ਨੇ, ਉਹ ਲੋਕ ਜਿਹੜੇ ਆ, ਮਤਲਬ ਹੁਣ ਤਾਂ ਇਹ ਗੱਲ ਦਾਅਵੇ ਨਾਲ ਆਪਾਂ ਕਹਿ ਸਕਦੇ ਉਹਨਾਂ ਦੀ ਜ਼ਿੰਦਗੀ ਜ਼ਿਆਦਾ ਲੰਬੀ ਨਹੀਂ ਹੁੰਦੀ, ਕਿਉਂਕਿ ਇਲਾਜ ਮੁਫਤ ਹੁੰਦਾ ਹੈ। ਇਸ ਕਰਕੇ ਬੰਦਾ ਨਾ ਤਾਂ ਆਪਰੇਸ਼ਨ ਕਰਾਉਣ ਵੇਲੇ ਸੋਚਦਾ ਵੀ ਰਹਿਣ ਦੀਏ ਜਾਂ ਟਾਲ ਲਈਏ, ਜੇ ਪੈਸੇ ਦੇਣੇ ਹੁਣ ਫਿਰ ਤਾਂ ਟਾਲ ਜਾਂਦਾ ਬੰਦਾ ਕਈ ਵਾਰ ਜੀ। ਤੁਸੀਂ ਇੱਕ ਛੋਟੀ ਜਿਹੀ ਉਦਾਹਰਨ ਮੈਂ ਦੇਣਾ ਚਾਹੁੰਦਾ, ਅੱਜ ਕੱਲ੍ਹ ਜੋ ਚੱਲ ਰਿਹਾ ਮੈਡੀਕਲ ਇੰਸ਼ੋਰੈਂਸ ਬਹੁਤ ਸਾਰੇ ਲੋਕ ਕਰਵਾਉਂਦੇ ਨੇ। ਹਾਂਜੀ, ਹੈਲਥ ਇੰਸ਼ੋਰੈਂਸ ਜਿਹਨੂੰ ਕਹਿੰਦੇ ਆ। ਹਾਂਜੀ, ਬਿਲਕੁਲ। ਮਤਲਬ ਤੁਹਾਡਾ ਉਮਰ ਦੇ ਹਿਸਾਬ ਨਾਲ ਇੱਕ ਪ੍ਰੀਮੀਅਮ ਤੈਅ ਹੁੰਦਾ। ਮੰਨ ਲਓ ਮੈਂ 5 ਲੱਖ ਦਾ ਬੀਮਾ ਕਰਵਾਉਣਾ ਹੈ ਤਾਂ ਮੈਂ 20,000 ਰੁਪਇਆ ਸਾਲ ਦਾ ਕੰਪਨੀ ਨੂੰ ਦਊਗਾ। ਜੇ ਮੈਂ ਉਸ ਸਾਲ ਦੇ ਵਿੱਚ ਬਿਮਾਰ ਹੋ ਗਿਆ, ਮੈਨੂੰ ਹਸਪਤਾਲ ਜਾਣਾ ਪੈ ਗਿਆ, ਤਾਂ 5 ਲੱਖ ਤੱਕ ਦਾ ਖਰਚਾ ਉਹ ਕੰਪਨੀ ਕਰੇਗੀ। ਠੀਕ ਹੈ, ਹੁੰਦਾ, ਬਿਲਕੁਲ ਹੁੰਦਾ ਜੀ। ਮੇਰੇ ਇੱਕ ਰਿਲੇਟਿਵ ਦੀ ਗੱਲ ਸੁਣਾ ਰਿਹਾ ਸੀ ਬੰਦਾ, ਤੇ ਉਹ ਕਹਿੰਦਾ ਵੀ ਮੈਂ ਗਿਆ, ਮੈਨੂੰ ਪਤਾ ਨਹੀਂ ਬੁਖਾਰ ਹੋਇਆ ਕੀ ਹੋਇਆ, ਤੇ ਹਸਪੀਟਲ ਚਲਿਆ ਗਿਆ, ਦੂਜੇ ਦਿਨ ਉਹ ਠੀਕ ਹੋ ਗਿਆ। ਅੱਛਾ, ਲੇਕਿਨ ਡਾਕਟਰ ਨੂੰ ਕੀ ਕਹਿ ਰਿਹਾ, ਹਸਪੀਟਲ ਵਾਲਾ ਕੀ ਕਹਿ ਰਿਹਾ, ਯਾਰ ਪੈਸੇ ਤਾਂ ਕੰਪਨੀ ਨੇ ਦੇਣੇ ਨੇ, ਵੀ ਤੂੰ 2 ਦਿਨ ਹੋਰ ਰੁਕ ਲੈ, ਹਸਪਤਾਲ ਸਾਡਾ ਵੀ ਦੁਸ਼ਮਣ। ਦੇਖੋ
मतलब पेशेंट ठीक हो गया, मतलब ਉਹਨੂੰ 2 ਦਿਨ ਹੋਰ ਰੱਖਣਾ ਹਸਪੀਟਲ ਦੇ ਵਿੱਚ, ਕਮਰੇ ਦੇ ਚਾਰਜ, ਦਵਾਈਆਂ ਦੇ ਚਾਰਜ ਪਾ ਕੇ ਵੱਡਾ ਸਾਰਾ ਬਿੱਲ, ਕਿਉਂਕਿ ਉਹ ਤਾਂ ਕੰਪਨੀ ਨੇ ਦੇਣਾ। ਪੇਸ਼ੈਂਟ ਸੋਚਦਾ ਮੈਂ ਏਸੀ ਕਮਰੇ 'ਚ 2 ਦਿਨ ਹੋਰ ਮੌਜਾਂ ਮਾਰਦਾ, ਮੈਡੀਕਲ ਛੁੱਟੀ ਮਿਲ ਜੂਗੀ ਮੈਨੂੰ, ਹਨਾ। ਤਾਂ ਉਹੀ ਆ ਗਿਆ ਕਿ ਫ੍ਰੀ ਦੇ ਆਦੀ ਹੋ ਚੁੱਕੇ ਆ ਅਸੀਂ। ਸਾਨੂੰ ਜਿੱਥੇ ਵੀ ਕਿਤੇ ਫ੍ਰੀ ਸ਼ਬਦ ਮਿਲਦਾ ਨਾ ਤੇ ਅਸੀਂ ਭੱਜ ਕੇ ਪਹਿਲਾਂ ਉੱਧਰ ਜਾਂਦੇ ਵੀ ਪਤਾ ਨਹੀਂ ਕੀ ਹੈ, ਚਲੋ ਪਹਿਲਾਂ ਇੱਕ ਵਾਰੀ ਫ੍ਰੀ ਦੇਖ ਕੇ ਆਈਏ। ਹਾਂਜੀ ਜੀ, ਮੌਜੂਦਾ ਮੈਡੀਕਲ ਸਿਸਟਮ ਪੂਰਾ ਦਾ ਪੂਰਾ ਵਪਾਰ ਬਣ ਚੁੱਕਾ ਹੈ। ਤਾਂ ਹੁਣ ਮੈਂ ਕੁਝ ਪ੍ਰੈਕਟੀਕਲ ਐਗਜ਼ਾਮਪਲਸ ਦੀ ਗੱਲ ਕਰਨਾ ਚਾਹੁੰਦਾ। ਜਿਹੜਾ ਸਿਸਟਮ ਹੈ ਉਹ ਇਹ ਕਹਿੰਦਾ ਹੈ ਕਿ ਜੇਕਰ ਹਸਬੈਂਡ ਪੋਜ਼ਿਟਿਵ ਹੈ ਤਾਂ ਵਾਈਫ 100% ਪੋਜ਼ਿਟਿਵ ਹੋ। ਜੇ ਵਾਈਫ ਪੋਜ਼ਿਟਿਵ ਹੈ ਤਾਂ ਉਹਦਾ ਆਉਣ ਵਾਲਾ ਬੱਚਾ ਜਿਹੜਾ ਉਹ 100% ਪੋਜ਼ਿਟਿਵ ਹੋਏਗਾ ਜੀ। ਲੇਕਿਨ ਮੇਰੇ ਕੋਲ ਇਹੋ ਜਿਹਾ ਇੱਕ ਕੇਸ ਆਇਆ ਜਿਹਦੇ ਚ ਉਸ ਲੇਡੀ ਨੇ ਮੈਨੂੰ, ਮੈਂ ਨਾਂ ਤਾਂ ਨਹੀਂ ਲਊਂਗਾ, ਮੈਨੂੰ ਫੋਨ ਕੀਤਾ, ਕਹਿੰਦੇ ਜੀ ਮੈਂ HIV ਪੋਜ਼ਿਟਿਵ ਆ। ਮੈਂ ਕਿਹਾ ਵੀ ਕੀ ਹੋਇਆ ਸੀ, ਕਿਉਂ ਹੋਇਆ ਸੀ? ਕਹਿੰਦੀ ਜੀ ਮੇਰਾ ਹਸਬੈਂਡ ਪੋਜ਼ਿਟਿਵ। ਅੱਛਾ। ਤੇ ਹਸਬੈਂਡ ਦੀ ਡੈਥ ਹੋ ਗਈ, ਹੁਣ ਮੈਂ ਪੋਜ਼ਿਟਿਵ ਆ। ਲੇਕਿਨ ਮੈਨੂੰ 15 ਸਾਲ ਹੋ ਗਏ ਕਹਿੰਦੀ HIV ਪੋਜ਼ਿਟਿਵ, ਮੈਨੂੰ ਕਦੀ ਸਿੱਕਾ ਜ਼ੁਕਾਮ ਵੀ ਨਹੀਂ ਹੋਇਆ। ਅੱਛਾ। ਮੈਨੂੰ ਕੋਈ ਤਕਲੀਫ ਨਹੀਂ ਹੈ। ਉਸ ਤੋਂ ਬਾਅਦ ਮੈਂ ਦੁਬਾਰਾ ਮੈਰਿਜ ਕੀਤੀ। ਅੱਛਾ। ਇਹ ਦੱਸ ਕੇ ਉਸ ਬੰਦੇ ਨੂੰ ਕਿ ਮੈਂ HIV ਪੋਜ਼ਿਟਿਵ ਹਾਂ, ਦੁਬਾਰਾ ਮੈਰਿਜ ਕੀਤੀ। ਉਸ ਤੋਂ ਬਾਅਦ ਸਾਡੇ ਇੱਕ ਬੇਟਾ ਆ ਦੂਜੀ ਮੈਰਿਜ ਤੋਂ। ਮੇਰਾ ਉਹ ਹਸਬੈਂਡ ਵੀ ਅੱਜ ਤੱਕ ਨੈਗੇਟਿਵ ਹੈ ਤੇ ਮੇਰਾ ਬੇਟਾ ਵੀ ਨੈਗੇਟਿਵ। ਬਟ ਉਹ ਪੋਜ਼ਿਟਿਵ ਹੈ। ਉਹ ਪੋਜ਼ਿਟਿਵ ਹੈ। ਇਹ ਵੀ ਇੱਕ ਅਹਿਮ ਗੱਲਬਾਤ ਹੈ ਜੋ ਸਾਨੂੰ ਸਾਡੇ ਸਮਾਜ ਦੇ ਵਿੱਚੋਂ ਹੀ ਮਿਲਦੀ ਹੈ, ਹਨਾ। ਵੀ ਦੇਖ ਲਓ, ਸੈਕਿੰਡ ਮੈਰਿਜ ਤੋਂ ਬਾਅਦ ਇੱਕ ਬੱਚੇ ਨੂੰ ਵੀ ਜਨਮ ਦੇਣਾ, ਜਦ ਕਿ ਕਿਹਾ ਜਾਂਦਾ ਕਿ ਜੇ ਮਾਂ ਪੋਜ਼ਿਟਿਵ ਹੈ ਤਾਂ ਆਬਵੀਅਸਲੀ ਕਿ ਬੱਚਾ ਵੀ ਉਹਦਾ ਪੋਜ਼ਿਟਿਵ ਹੋਏਗਾ। ਬਟ ਇੱਥੇ ਸਿਸਟਮ ਹੋ ਰਿਹਾ। ਹਾਂ, ਪ੍ਰੈਕਟੀਕਲ ਐਗਜ਼ਾਮਪਲ ਹੈ ਜੀ ਇਹ। ਮਤਲਬ ਬਹੁਤ ਸਾਰੇ ਇਹੋ ਜਿਹੇ ਕੇਸ ਹੈਗੇ ਨੇ। ਤੁਸੀਂ ਹੋਰ ਤਾਂ ਇੱਕ ਗੱਲ ਮੈਂ ਵਿੱਚ ਦੀ ਦੱਸ ਦੇਣਾ ਚਾਹੁੰਦਾ ਕਿ ਜਿੰਨਾ ਚਿਰ ਜਦੋਂ HIV ਦਾ ਜਿਹੜਾ ਪੇਸ਼ੈਂਟ ਹੈ ਉਹ ART ਥੈਰੇਪੀ, ਉਹ ਦਵਾ ਖਾਣ ਲੱਗ ਪੈਂਦਾ, ਉਸ ਤੋਂ ਬਾਅਦ ਜਿੰਨੀ ਵਾਰ ਮਰਜ਼ੀ ਟੈਸਟ ਕਰਵਾਵੇ ਉਹ ਕਦੀ ਨੈਗੇਟਿਵ ਨਹੀਂ ਆਉਣਾ। ਪਹਿਲੀ ਗੱਲ ਤਾਂ ਪੇਸ਼ੈਂਟ ਨੂੰ ਕਾਉਂਸਲਿੰਗ ਲਈ ਬੁਲਾਇਆ ਜਾਂਦਾ, ਲੇਕਿਨ ਦੁਬਾਰਾ ਉਹਨੂੰ ਟੈਸਟ ਕਰਾਉਣ ਲਈ ਕਦੀ ਵੀ ਨਹੀਂ ਕਿਹਾ ਜਾਂਦਾ ਕਿ ਦੁਬਾਰਾ ਟੈਸਟ ਕਰਾ ਕੇ ਦੇਖ ਲੈ, ਸ਼ਾਇਦ ਤੂੰ ਨੈਗੇਟਿਵ ਆ ਜਾਏ। ਦੁਬਾਰਾ ਟੈਸਟ ਨਹੀਂ ਕੀਤਾ ਜਾਂਦਾ। ਲੇਕਿਨ ਬਹੁਤ ਸਾਰੀਆਂ ਐਸੀਆਂ ਐਗਜ਼ਾਮਪਲਸ ਨੇ ਕਿ ਬੰਦਾ ਕੋਈ ਸ਼ਹਿਰ ਚ ਆਇਆ ਸੀ ਕੰਮ ਕਰਨ, ਇੱਥੇ ਉਹ HIV ਪੋਜ਼ਿਟਿਵ ਹੋ ਗਿਆ, ਉਹ ਦਵਾਈ ਖਾ ਰਿਹਾ ਲਗਾਤਾਰ, ਲੇਕਿਨ ਕਿਤੇ ਉਹ ਪਿੰਡ ਚਲਿਆ ਗਿਆ, 6 ਮਹੀਨੇ ਪਿੰਡ ਰਹਿ ਕੇ ਆਇਆ, ਪਿੰਡ ਉਹਨੂੰ ਦਵਾਈ ਨਹੀਂ ਮਿਲੀ ਤੇ ਅਚਾਨਕ ਉਹਨੇ 6 ਮਹੀਨੇ ਬਾਅਦ ਉੱਥੇ ਟੈਸਟ ਕਰਾ ਲਿਆ ਤੇ ਰਿਪੋਰਟ ਆ ਗਈ ਨੈਗੇਟਿਵ। ਉਹ ਨੈਗੇਟਿਵ ਰਿਪੋਰਟ ਲੈ ਕੇ ਸ਼ਹਿਰ ਵਾਲੇ ਡਾਕਟਰ ਕੋਲ ਆ ਗਿਆ, ਕਹਿੰਦਾ ਦੇਖੋ ਜੀ ਮੈਂ ਤਾਂ ਨੈਗੇਟਿਵ ਹੋ ਗਿਆ। ਤੇ ਡਾਕਟਰ ਉਸ ਰਿਪੋਰਟ ਨੂੰ ਆਪਦੇ ਕੋਲ ਰੱਖਦਾ, ਕਹਿੰਦਾ ਵੀ ਡਾਕਟਰ ਤੂੰ ਆ ਤੇ ਮੈਂ। ਜਦੋਂ ਇੱਕ ਵਾਰ ਪੋਜ਼ਿਟਿਵ ਆ ਗਿਆ, ਨੈਗੇਟਿਵ ਨਹੀਂ ਦੁਬਾਰਾ ਹੋ ਸਕਦਾ, ਚੁੱਪ ਕਰਕੇ ਦਵਾਈ ਖਾਈ। ਮਤਲਬ ਇਹ ਆਮ ਉਦਾਹਰਨਾਂ ਜਿਹੜੀਆਂ ਮਿਲ ਜਾਂਦੀਆਂ ਨੇ। ਇਹ ਹਾਲ ਹੈ ਜੀ, ਹਨਾ। ਮਤਲਬ ਪ੍ਰੂਫ ਹੈ ਵੀ, ਬਟ ਫਿਰ ਵੀ ਅਸੀਂ ਉਸ ਨੂੰ ਮੰਨਣ ਤੋਂ ਇਨਕਾਰ ਹਾਂ ਜੀ। ਤੇ ਅਸੀਂ ਜਿਹੜਾ ਮਤਲਬ ਇਹਦੇ ਤੇ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਦਾ ਪ੍ਰੋਟੋਕੋਲ ਹੈ, ਜਾਂ ਮਤਲਬ ਉਹਨਾਂ ਦਾ ਜਿਹੜਾ ਤਰੀਕਾ ਹੈ, ਗਾਈਡਲਾਈਨ ਹੈ, ਜੋ ਮੈਂ ਸਿੱਖਿਆ ਉਹਨਾਂ ਤੋਂ, ਉਹ ਇਹ ਹੈ ਵੀ ਅੱਜ ਅਗਰ ਕਿਸੇ ਵਿਅਕਤੀ ਨੂੰ HIV ਪੋਜ਼ਿਟਿਵ ਕਹਿ ਦਿੱਤਾ ਜਾਂਦਾ ਹੈ ਤਾਂ ਬਿਲਕੁਲ ਚਿੰਤਾ ਕਰਨ ਦੀ ਲੋੜ ਨਹੀਂ, ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ, ਕੁਛ ਵੀ ਨਹੀਂ ਕਰੋਗੇ। ਅਗਰ ਕੁਛ ਵੀ ਨਹੀਂ ਕਰੋਗੇ, ਸ਼ਰਤ ਹੈ ਵੀ ਦਵਾ ਨਹੀਂ ਖਾਣੀ। ਠੀਕ ਹੈ। ਤਾਂ ਤੁਸੀਂ ਅਗਰ 6 ਮਹੀਨੇ ਬਾਅਦ ਟੈਸਟ ਕਰਾਓਗੇ ਤਾਂ 50% ਤੋਂ ਜ਼ਿਆਦਾ ਚਾਂਸ ਹੁੰਦੇ ਨੇ ਤੁਹਾਡੇ ਦੁਆਰਾ ਨੈਗੇਟਿਵ ਆਉਣ ਦੇ। ਜੇ 2 ਮਹੀਨੇ ਬਾਅਦ ਫਿਰ 8 ਮਹੀਨੇ ਬਾਅਦ ਕਰਾਓਗੇ ਤਾਂ ਉਹ ਚਾਂਸ 75% ਤੋਂ ਹੀ ਵੱਧ ਜਾਂਦੇ ਨੇ। ਤੇ ਤੁਸੀਂ ਹਰ 2 ਮਹੀਨੇ ਬਾਅਦ ਟੈਸਟ ਕਰਾਓਗੇ ਤਾਂ ਤੁਹਾਡੀ ਦੂਜੀ, ਤੀਜੀ, ਚੌਥੀ ਰਿਪੋਰਟ ਜਿਹੜੀ ਹੈ ਲਾਜ਼ਮੀ ਨੈਗੇਟਿਵ ਆ ਜੀ। ਲੇਕਿਨ ਇਹ ਗੱਲ ਪੇਸ਼ੈਂਟ ਨੂੰ ਨਾ ਤਾਂ ਦੱਸਦੇ ਨੇ, ਨਾ ਹੀ ਉਹ ਕਰਨ ਦਿੰਦੇ ਨੇ। ਉਹ ਕਹਿੰਦੇ ਨਹੀਂ ਦੁਬਾਰਾ ਟੈਸਟ ਕਰਵਾ। ਠੀਕ ਹੈ। ਤਾਂ ਕਿ ਪੂਰੀ ਤਰ੍ਹਾਂ ਪੂਰੀ ਜ਼ਿੰਦਗੀ ਭਰ ਅਸਲ 'ਚ ਪ੍ਰੋਟੋਕੋਲ ਹੁੰਦਾ। ਮੈਂ ਇੱਕ ਛੋਟੀ ਜਿਹੀ ਉਦਾਹਰਨ, ਕਈ ਵਾਰ ਪਤਾ ਕੀ ਹੁੰਦਾ ਹੈ, ਲੋਕਾਂ ਨੂੰ ਇਹ ਲੱਗਦਾ ਯਾਰ ਡਾਕਟਰ ਕਿਉਂ ਕਰੇਗਾ ਏਦਾਂ, ਉਹਨੂੰ ਕੀ ਲੋੜ ਹੈ, ਡਾਕਟਰ ਏਦਾਂ ਕਿਉਂ ਕਰੇਗਾ। ਮੈਂ ਇੱਕ ਬਹੁਤ ਸੋਲਿਡ ਪ੍ਰੂਫ ਤੇ ਉਦਾਹਰਨ ਦੇਣਾ ਚਾਹੁੰਦਾ। ਹਾਂਜੀ। ਇੱਕ ਜਲਗਾਓਂ ਇੱਕ ਸ਼ਹਿਰ ਹੈ ਜੀ, ਉੱਥੋਂ ਦੇ 2 ਡਾਕਟਰ ਸੀ, ਮੀਆਂ ਬੀਵੀ। ਅੱਛਾ ਜੀ।
ਉਹਨਾਂ ਨੇ ਜਦੋਂ ਆ ਕਰੋਨਾ ਦੇ ਪੀਰੀਅਡ 'ਚ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਨੂੰ ਸੁਣਿਆ, ਉਹਦੇ ਬਾਰੇ ਜਾਣਕਾਰੀ ਹਾਸਲ ਕੀਤੀ, ਤਾਂ ਉਹਨਾਂ ਨੇ ਉੱਥੋਂ ਦੇ ਹੈਲਥ ਡਿਪਾਰਟਮੈਂਟ ਨੂੰ ਕਿਹਾ ਕਿ ਤੁਸੀਂ ਸਾਨੂੰ ਕੁਝ ਪੇਸ਼ੈਂਟ ਦਿਓ। ਉਹ ਦੋਨੋਂ ਡਾਕਟਰ ਸੀਗੇ, ਮਤਲਬ ਕੁਆਲੀਫਾਈਡ ਡਾਕਟਰ ਸੀਗੇ, ਠੀਕ ਹੈ, ਤੀਵੀਂ ਆਦਮੀ। ਉਹਨਾਂ ਨੇ ਨਾ ਹੈਲਥ ਡਿਪਾਰਟਮੈਂਟ ਤੋਂ 4 ਪੇਸ਼ੈਂਟ ਲੈ ਲਏ ਜੀ, ਕਰੋਨਾ ਦੇ ਮਰੀਜ਼ 4, ਤੇ ਉਹਨਾਂ ਨੂੰ ਆਹ 3 ਸਟੈਪ ਡਾਈਟ ਜਿਹੜੀ ਸਾਡੀ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਦੀ ਡਾਈਟ ਉਹਨਾਂ ਨੇ 3 ਦਿਨ ਦਿੱਤੀ, ਤੇ 3 ਦਿਨ ਬਾਅਦ ਫਿਰ ਟੈਸਟ ਕਰਾਇਆ। ਉਹਨਾਂ 403 ਪੇਸ਼ੈਂਟ ਜਿਹੜੇ ਨੈਗੇਟਿਵ ਹੋ ਗਏ ਕਰੋਨਾ। ਅੱਛਾ, ਠੀਕ ਹੈ। ਉਹ ਰਿਪੋਰਟ ਉਹਨਾਂ ਨੇ ਡਾਕਟਰ ਵਿਸ਼ਵਰੂਪ ਨੂੰ ਦੇ ਦਿੱਤੀ ਵੀ ਆ ਦੇਖੋ ਜੀ, ਅਸੀਂ ਇਹ ਤਜਰਬਾ ਕੀਤਾ ਆਪਣੇ ਇੱਥੇ ਹਸਪੀਟਲ ਦੇ ਵਿੱਚ, ਤੇ ਤੁਹਾਡੀ ਡਾਈਟ ਨਾਲ 3 ਮਰੀਜ਼ ਠੀਕ ਹੋ ਗਏ, ਚੌਥਾ ਜਿਹੜਾ ਉਹਨੂੰ ਅਜੇ ਥੋੜੀ ਜਿਹੀ ਪ੍ਰੋਬਲਮ ਹੈ, ਅਸੀਂ 3 ਦਿਨ ਬਾਅਦ ਹੀ ਟੈਸਟ ਕਰਾ ਦਿਆ। ਉਹ ਜਦੋਂ ਹੀ ਉਹਨਾਂ ਨੇ ਵੀਡੀਓ ਬਣਾ ਕੇ ਇਹ ਗੱਲ ਡਿਕਲੇਅਰ ਕੀਤੀ, ਤਾਂ ਉਹ ਦੋਨੋਂ ਮੀਆਂ ਬੀਵੀ ਨੇ ਉਸ ਤੋਂ ਬਾਅਦ ਫੋਨ ਚੱਕਣਾ ਵੀ ਬੰਦ ਕਰਤਾ। ਓਕੇ, ਜਦੋਂ ਪਤਾ ਕੀਤਾ ਗਿਆ ਤਾਂ ਕਲੀਅਰ ਹੋਈ ਗੱਲ ਹੈ ਤੇ ਉਹਨਾਂ ਦੋਨਾਂ ਨੂੰ ਇਹ ਮਤਲਬ ਬਕਾਇਦਾ ਵਾਰਨਿੰਗ ਦਿੱਤੀ ਗਈ ਕਿ ਤੁਸੀਂ ਅਗਰ ਇਸ ਚੱਕਰ 'ਚ ਪਏ ਤਾਂ ਤੁਹਾਡੀ ਦੋਨਾਂ ਦੀ ਡਿਗਰੀ ਜਿਹੜੀ ਰੱਦ ਕਰ। ਜਿਹੜੀ ਡਿਗਰੀ ਅਸੀਂ ਇੰਨੇ ਲੱਖਾਂ ਕਰੋੜਾਂ ਰੁਪਏ ਲਾ ਕੇ ਹਾਸਲ ਕਰਦੇ ਆ, ਇੰਨੇ ਸਾਲਾਂ ਦੀ ਮਿਹਨਤ ਕਰਦੇ ਆ ਬੱਚੇ, ਫਿਰ ਡਾਕਟਰੀ ਲਾਈਨ ਦੇ ਵਿੱਚ ਆਉਂਦੇ, ਜਦੋਂ ਉਸ ਤੇ ਗੱਲ ਆ ਗਈ ਤੇ ਫਿਰ ਆਬਵੀਅਸਲੀ ਅਗਲੇ ਨੇ ਆਪਣਾ ਮੂੰਹ ਹੀ ਬੰਦ ਕਰ ਦਿੱਤਾ। ਹਾਂ, ਉਹ ਕਹਿੰਦੇ ਅਸੀਂ ਕੀ ਲੈਣਾ ਜੀ, ਛੱਡੋ, ਇੱਕ ਨੌਕਰੀ ਕਰਨੀ ਹੈ ਆਪਣੀ, ਸਾਨੂੰ ਕੀ ਲੋੜ ਹੈ। ਮਤਲਬ ਅਸਲ 'ਚ ਜਿਹੜਾ ਸਾਨੂੰ ਇਹ ਲੱਗਣ ਲੱਗ ਪੈਂਦਾ ਨਾ ਵੀ ਡਾਕਟਰ ਕਿਉਂ ਕਰੇਗਾ ਜੀ ਇਦਾਂ, ਡਾਕਟਰ ਮਜਬੂਰ ਹੈ, ਡਾਕਟਰ ਦੇ ਉੱਤੇ ਕਿਸ ਕਿਸਮ ਦਾ ਪ੍ਰੈਸ਼ਰ ਹੈ ਕਿ ਜੇ ਉਹ ਇਸ ਪ੍ਰੋਟੋਕੋਲ ਦੇ ਬਾਹਰ ਜਾਂਦਾ ਹੈ, ਜੇ ਉਹ ਇਸ ਪ੍ਰੋਟੋਕੋਲ ਤੋਂ ਬਾਹਰ ਜਾ ਕੇ ਕੋਈ ਐਕਸ਼ਨ ਲੈਂਦਾ ਹੈ, ਤਾਂ ਸਿੰਪਲੀ ਉਹਦੀ ਡਿਗਰੀ ਜਿਹੜੀ ਉਹ ਰੱਦ ਕਰਤੀ ਜਾਂਦੀ, ਖੋਲੀ ਜਾਂਦੀ ਉਹਦੀ ਬੋਡੀ ਜੀ। ਇਸ ਕਰਕੇ ਉਹ ਡਾਕਟਰ ਸਾਡਾ ਭਰਾ ਆ, ਸਾਡੀ ਭੈਣ ਹੈ, ਸਾਡਾ ਮਾਮਾ, ਚਾਚਾ, ਤਾਇਆ ਕੋਈ ਵੀ ਹੈ, ਉਹਦੀ ਮਜਬੂਰੀ ਹੈ ਕਿ ਅਗਰ ਉਹਨੇ ਪ੍ਰੈਕਟਿਸ ਕਰਨੀ ਹੈ ਤਾਂ ਉਹਨੂੰ WHO ਦਾ ਜਿਹੜਾ ਪ੍ਰੋਟੋਕੋਲ ਹੈ ਉਹਨੂੰ ਫੋਲੋ ਕਰਨਾ ਹੀ ਪੈਣਾ ਜੀ, ਜਾਂ IMA ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਜਿਹੜਾ ਪ੍ਰੋਟੋਕੋਲ ਹੈ ਉਹਨੂੰ ਫੋਲੋ ਕਰਨਾ ਹੀ ਪੈਣਾ। ਅਗਰ ਉਹਦੇ ਤੋਂ ਬਾਹਰ ਜਾਏਗਾ ਤਾਂ ਸੱਚਮੁੱਚ ਉਹਦੀ ਡਿਗਰੀ ਜਿਹੜੀ ਹੈ ਉਹ ਖੋਲੀ ਜਾਂਦੀ, ਰੱਦ ਕਰਤੀ ਜਾਂਦੀ ਹੈ, ਤੇ ਉਹ ਕੁਝ ਵੀ ਨਹੀਂ ਕਰ ਪਾਉਂਦਾ ਉਹਦੇ ਵਿੱਚ ਜੀ। ਅਸੀਂ ਇਸ ਸਿਸਟਮ ਦੇ ਖਿਲਾਫ ਤਾਂ ਬੋਲ ਪਾ ਰਹੇ ਕਿਉਂਕਿ ਸਾਡੇ ਕੋਲ ਡਿਗਰੀ ਹੈ ਨਹੀਂ, ਉਹ ਸਾਨੂੰ ਡਰ ਨਹੀਂ ਹੈ ਉਸ ਡਿਗਰੀ ਦੇ ਉੱਪਰ ਦਾ, ਹਾਂ ਵੀ ਉਹ ਡਿਗਰੀ ਖੋਈ ਜਾਏਗੀ ਜੀ। ਤਾਂ ਇਹਦੇ 'ਚ ਮੈਂ ਜਿਹੜੀ ਗੱਲ ਇਲਾਜ ਦੀ ਜਦੋਂ ਆਪਾਂ ਗੱਲ ਕਰਦੇ ਤਾਂ ਬਿਲਕੁਲ ਘਬਰਾਉਣਾ ਨਹੀਂ। ਜਿੰਨੇ ਅੱਜ ਮੈਨੂੰ ਸੁਣ ਰਹੇ ਲੋਕ ਨੇ, ਅਗਰ ਉਹਨਾਂ 'ਚ ਕੋਈ ਵਿਅਕਤੀ ਵੀ HIV ਪੋਜ਼ਿਟਿਵ ਹੈ, ਬੜੇ ਦਾਅਵੇ ਨਾਲ ਮੈਂ ਗੱਲ ਕਰਦਾ ਕਿ ਨਾ ਤਾਂ ਇਹ ਬਲੱਡ ਟ੍ਰਾਂਸਫਿਊਜ਼ਨ ਨਾਲ ਫੈਲਦਾ, ਸੂਈ ਲਾਉਣ ਨਾਲ ਨਹੀਂ ਫੈਲ ਸਕਦਾ ਇਹ, ਤੇ ਨਾ ਹੀ ਇਹ ਸੈਕਸ ਨਾਲ ਫੈਲਦਾ ਜੀ, ਨਹੀਂ ਫੈਲਦਾ। ਨਾ ਫੈਲੂ ਤਾਂ ਜੇ ਹੋਊਗਾ ਜੀ ਜਦੋਂ ਵਾਇਰਸ ਐਗਜ਼ਿਸਟ ਹੀ ਨਹੀਂ ਕਰਦਾ ਜੀ, ਜਦੋਂ ਵਾਇਰਸ ਹੈ ਹੀ ਨਹੀਂ। ਤੇ ਇੱਕ ਬਹੁਤ ਵੱਡੀ ਦਲੀਲ ਮੈਂ ਦੇਣਾ ਚਾਹੁੰਦਾ ਕਿ ਜੇ ਕਰੋਨਾ ਵਾਇਰਸ ਲਈ 1 ਸਾਲ ਦੇ ਅੰਦਰ ਵੈਕਸੀਨ ਬਣ ਗਿਆ ਤਾਂ HIV ਲਈ ਪਿਛਲੇ 40-30 ਸਾਲਾਂ 'ਚ ਵੈਕਸੀਨ ਕਿਉਂ ਨਹੀਂ ਬਣਿਆ ਜੀ? ਉਹ ਵੀ ਵਾਇਰਸ ਹੈ ਤੇ ਇਹ ਵੀ ਵਾਇਰਸ ਸੀ। ਹਾਂ ਜੀ, ਵੈਕਸੀਨ ਬਣਾਉਣ ਲਈ ਜੀ ਵਾਇਰਸ ਦਾ ਹੋਣਾ ਜ਼ਰੂਰੀ ਹੈ ਕਿ ਵੈਕਸੀਨ ਦੇ ਵਿੱਚ ਵਾਇਰਸ ਹੀ ਤਾਂ ਪਾਇਆ ਜਾਂਦਾ। ਵੈਕਸੀਨ ਵਾਇਰਸ ਤੋਂ ਬਿਨਾਂ ਬਣ ਨਹੀਂ ਸਕਦਾ ਜੀ। ਉਸ ਵੈਕਸੀਨ ਦੇ ਵਿੱਚ ਉਸੇ ਵਾਇਰਸ ਦਾ ਇੱਕ ਹਿੱਸਾ ਹੁੰਦਾ ਹੈ, ਉਹ ਜਾਂ ਅਲੱਗ-ਅਲੱਗ ਵੈਕਸੀਨ ਦੇ ਵਿੱਚ, ਕਿਸੇ ਵੈਕਸੀਨ ਦੇ ਵਿੱਚ ਮੁਰਦਾ ਵਾਇਰਸ ਹੁੰਦਾ ਹੈ, ਕਿਸੇ ਤੋਂ ਕਮਜ਼ੋਰ ਵਾਇਰਸ ਵਰਜਨ ਹੁੰਦਾ, ਕਿਸੇ ਤੋਂ ਦਾ ਕੁਝ ਹਿੱਸਾ ਪ੍ਰੋਟੀਨ ਦਾ ਕੁਝ ਹਿੱਸਾ ਹੁੰਦਾ ਜੀ। ਲੇਕਿਨ ਵਾਇਰਸ ਦਾ ਹੋਣਾ ਲਾਜ਼ਮੀ ਹੈ। ਉਸ ਵਾਇਰਸ ਨੂੰ ਸਰੀਰ ਤੋਂ ਵੱਖ ਕੀਤਾ ਜਾ ਸਕਦਾ ਹੋਵੇ ਤਾਂ ਹੀ ਉਹ ਵਾਇਰਸ ਜਿਹੜਾ ਹੈ ਉਹਦਾ ਵੈਕਸੀਨ ਬਣ ਸਕਦਾ ਜੀ। ਬਹੁਤ ਅਹਿਮ ਗੱਲ ਹੈ, ਸੋਚਣ ਵਾਲੀ ਗੱਲ ਵੀ ਹੈਗੀ। ਔਰ HIV ਐਗਜ਼ਿਸਟ ਹੀ ਨਹੀਂ ਕਰਦਾ, HIV ਹਿਊਮਨ ਬੋਡੀ ਤੋਂ ਬਾਹਰ ਕਦੇ ਹੈ ਹੀ ਨਹੀਂ ਕਿਤੇ, ਤਾਂ ਉਹਦਾ ਵੈਕਸੀਨ ਬਣ ਹੀ ਨਹੀਂ ਸਕਦਾ ਜੀ। ਇਸ ਲਈ ਸਾਨੂੰ ਜਾਂ ਤਾਂ ਇਹਨਾਂ ਗੱਲਾਂ ਨੂੰ ਕਾਊਂਟਰ ਕਰਨ ਲਈ, ਜਾਂ ਤਾਂ ਇਹਨਾਂ ਗੱਲਾਂ ਦੇ ਉਲਟ ਦਲੀਲ ਦੇ ਕੇ ਉਹਨੂੰ ਸਾਬਤ ਕਰਨਾ ਪਏਗਾ ਕਿ ਆਹ ਚੀਜ਼ਾਂ ਇੰਜ ਨੇ ਜੀ, ਹੈ ਨਾ। ਤੇ ਇਸ ਤੋਂ ਵੱਡਾ ਚੈਲੰਜ ਕੀ ਹੋ ਸਕਦਾ ਹੈ ਕਿ ਕੋਈ ਬੰਦਾ ਇਹ ਕਹਿ ਰਿਹਾ ਵੀ ਤੁਸੀਂ ਇੱਕ HIV ਪੋਜ਼ਿਟਿਵ ਦਾ ਬਲੱਡ ਮੇਰੇ ਅੰਦਰ ਇੰਜੈਕਟ ਕਰ ਦਿਓ ਤੇ ਮੇਰਾ ਦਾਅਵਾ ਮੈਂ HIV ਪੋਜ਼ਿਟਿਵ ਨਹੀਂ ਹੋਊਗਾ ਤੇ ਮੈਨੂੰ ਏਡਜ਼ ਨਹੀਂ ਹੋਏਗੀ, ਮੈਂ ਮਰੂੰਗਾ ਨਹੀਂ। ਇਸ ਤੋਂ ਵੱਡਾ ਹੋਰ ਦਾਅਵਾ ਕੀ ਹੋ ਸਕਦਾ ਇਸ ਝੂਠ ਨੂੰ ਸਾਬਤ ਕਰਨ ਦਾ ਜੀ। ਤਾਂ ਹੁਣ ਆਪਾਂ ਜਦੋਂ ਸੋਲੂਸ਼ਨ ਦੀ ਤਰਫ ਆਉਣੇ ਆ ਤਾਂ ਉਹ ਕੀ ਹੈ ਕਿ ਜਿਸ ਵਿਅਕਤੀ ਨੂੰ ਤਾਂ ਇਕੱਲਾ HIV ਪੋਜ਼ਿਟਿਵ ਹੈ
ਉਹਨੂੰ ਤਾਂ ਬਿਲਕੁਲ ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ। ਉਹ 5-4 ਮਹੀਨਿਆਂ ਬਾਅਦ ਦੁਬਾਰਾ ਟੈਸਟ ਕਰਵਾ ਲਵੇ, ਨੈਗੇਟਿਵ ਹੋ ਸਕਦਾ ਹੈ। ਜੇ ਨਹੀਂ ਨੈਗੇਟਿਵ ਦੂਜੀ ਵਾਰ ਆਉਂਦਾ ਤਾਂ ਤੀਜੀ ਵਾਰ ਟੈਸਟ 2 ਮਹੀਨੇ ਬਾਅਦ 6 ਮਹੀਨੇ ਬਾਅਦ ਕਰਵਾ ਲਵੇ। 5-4 ਵਾਰ ਟੈਸਟ ਕਰਾਏਗਾ ਤਾਂ ਇੱਕ ਰਿਪੋਰਟ ਉਹਦੀ ਨੈਗੇਟਿਵ ਹਰ ਹਾਲ ਆ ਜਾਏਗੀ। ਦੂਸਰੀ ਗੱਲ, ਅਗਰ ਕਿਸੇ ਵਿਅਕਤੀ ਨੂੰ ਏਡਜ਼ ਹੋ ਜਾਂਦੀ ਹੈ, ਉਹਦਾ ਵਾਇਰਸ ਨਾਲ ਕੋਈ ਸੰਬੰਧ ਨਹੀਂ ਹੈ। ਅਗਰ HIV ਨੈਗੇਟਿਵ ਵਿਅਕਤੀ ਹੈ ਉਹਨੂੰ ਵੀ ਏਡਜ਼ ਹੋ ਸਕਦਾ। ਏਡਜ਼ ਇੱਕ ਅਲੱਗ ਚੀਜ਼ ਹੈ, ਇੱਕ ਬਿਮਾਰੀ ਹੈ, ਇੱਕ ਸਥਿਤੀ ਹੈ ਕਿ ਜਦੋਂ ਹਿਊਮਨ ਬਾਡੀ ਦੀ ਇਮਿਊਨਿਟੀ ਬਹੁਤ ਕਮਜ਼ੋਰ ਹੋ ਜਾਂਦੀ ਹੈ ਤੇ ਇਹਦੇ ਲਈ ਜਿਹੜੇ ਲੋਕ ਨਸ਼ਾ ਲੈਂਦੇ ਨੇ ਉਹ ਸੂਈ ਕਾਰਨ ਨਹੀਂ ਬਣਦੀ। ਉਹ ਡਰੱਗ ਜਿਹੜੀ ਹੈ ਉਹ ਸਾਡੇ ਅੰਦਰ ਜਾਂਦੀ ਹੈ, ਜਿਹੜੀ ਉਹ ਕੈਮੀਕਲ ਹੁੰਦਾ ਹੈ, ਉਹ ਡਰੱਗ ਜਿਹੜੀ ਹੈ ਉਹ ਇਸ ਬਿਮਾਰੀ ਦੀ ਵਜ੍ਹਾ ਬਣਦੀ। ਮਤਲਬ ਇਹ ਜ਼ਰੂਰੀ ਨਹੀਂ ਹੈਗਾ ਕਿ ਇੱਕ ਬੰਦਾ ਤਾਂ ਸੂਈ ਨਾਲ ਡਰੱਗ ਲੈ ਰਿਹਾ ਉਹ HIV ਪੋਜ਼ਿਟਿਵ ਹੋ ਜਾਏਗਾ, ਇੱਕ ਨਾਸਾ ਰਾਹੀਂ ਲੈ ਰਿਹਾ ਤੇ ਉਹ ਨਹੀਂ ਹੋਏਗਾ ਪੋਜ਼ਿਟਿਵ। ਮਤਲਬ ਉਹ HIV ਪੋਜ਼ਿਟਿਵ ਹੋਵੇ ਨਾ ਹੋਵੇ, ਲੇਕਿਨ ਏਡਜ਼ ਦਾ ਸ਼ਿਕਾਰ ਉਹ ਬੰਦਾ ਵੀ ਹੋ ਸਕਦਾ ਜਿਹੜਾ ਨਾਸਾ ਰਾਹੀਂ ਜਾਂ ਕਿਸੇ ਹੋਰ ਮੂੰਹ ਰਾਹੀਂ ਡਰੱਗ ਲੈ ਰਿਹਾ। ਕਿਉਂਕਿ ਡਰੱਗ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਕੈਮੀਕਲ ਉਹ ਸਟਰਕਚਰ ਹੁੰਦਾ ਉਹ ਸਾਡੀ ਬਾਡੀ ਦੇ ਨਾਲ, ਸਾਡੀ ਬਾਡੀ ਦੀ ਇੰਟੈਲੀਜੈਂਸ ਨੂੰ ਗੜਬੜ ਕਰਦਾ ਹੈ, ਸਾਡੀ ਬਾਡੀ ਦੇ ਜਿਹੜੇ ਸਿਸਟਮ ਨੂੰ ਖਰਾਬ ਕਰਦਾ, ਜਿਸਤਾ ਨੂੰ ਕਰਦਾ। ਤੇ ਏਡਜ਼ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਉਹ ਡਰੱਗ ਹੈ। ਤਾਂ ਸਾਡੀ ਬਾਡੀ ਕੋਲ ਦੋ ਤਰ੍ਹਾਂ ਦੀ ਇੰਟੈਲੀਜੈਂਸ ਹੁੰਦੀ ਹੈ ਜੀ। ਇੱਕ ਇੰਟੈਲੀਜੈਂਸ ਹੁੰਦੀ ਹੈ ਕਿ ਕਿਹੜੇ ਆਰਗਨ ਨੇ, ਕਿਹੜੇ ਸੈੱਲ ਨੇ ਕਿੰਨੇ ਚਿਰ ਬਾਅਦ ਰਿਨਿਊ ਹੋਣਾ। ਜਦੋਂ ਉਹ ਇੰਟੈਲੀਜੈਂਸ ਗੜਬੜ ਹੁੰਦੀ ਹੈ ਤਾਂ ਕੈਂਸਰ ਹੁੰਦਾ ਹੈ, ਕਿਉਂਕਿ ਬਾਡੀ ਦੀ ਉਹ ਇੰਟੈਲੀਜੈਂਸ ਕਿਹੜੇ ਸੈੱਲ ਨੇ ਕਿੰਨੇ ਚਿਰ ਬਾਅਦ ਰਿਨਿਊ ਹੋਣਾ ਉਹ ਗੜਬੜ ਹੋ ਜਾਂਦੀ ਹੈ ਤੇ ਕੁਝ ਸੈੱਲ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦੇ ਨੇ। ਤੇ ਜਦੋਂ ਦੂਜੀ ਤਰ੍ਹਾਂ ਦੀ ਇੰਟੈਲੀਜੈਂਸ ਜਿਹੜੀ ਹੁੰਦੀ ਹੈ ਕਿਹੜੀ ਬਿਮਾਰੀ ਨਾਲ ਕਿਵੇਂ ਲੜਨਾ, ਜਦੋਂ ਇਹ ਇੰਟੈਲੀਜੈਂਸ ਗੜਬੜ ਹੁੰਦੀ ਹੈ ਬਾਡੀ ਦੀ ਤਾਂ ਏਡਜ਼ ਹੁੰਦੀ ਹੈ। ਏਡਜ਼ ਜਿਹੜੀ ਹੈ ਉਹਦਾ ਇਲਾਜ ਜਿਹੜਾ ਇੱਕ ਲਾਈਫ ਸਟਾਈਲ ਡਿਜ਼ੀਜ਼ ਹੈ, ਇਹ ਕੋਈ ਵਾਇਰਲ ਡਿਜ਼ੀਜ਼ ਨਹੀਂ ਹੈ। ਏਡਜ਼ ਦਾ ਇਲਾਜ ਉਸੇ ਡਾਈਟ ਨਾਲ ਕੀਤਾ ਜਾ ਸਕਦਾ ਜਿਹੜੀ ਡਾਈਟ ਨਾਲ ਅਸੀਂ ਬਾਕੀ ਬਿਮਾਰੀਆਂ ਦਾ ਇਲਾਜ ਕਰਦੇ ਹਾਂ। ਜੋ ਅਸੀਂ ਹਾਰਟ ਸੈਗਮੈਂਟ ਦੇ ਵਿੱਚ ਸ਼ੇਅਰ ਕਰਦੇ ਹੁੰਦੇ ਹਾਂ ਜੀ। ਹਾਂ, ਅਗਰ ਉਸ ਪੇਸ਼ੈਂਟ ਨੂੰ ਜਿਹਨੂੰ HIV ਪੋਜ਼ਿਟਿਵ ਕਿਹਾ ਗਿਆ, ਸਭ ਤੋਂ ਪਹਿਲਾ ਕੰਮ ਕੀ ਹੁੰਦਾ ਹੈ ਜਦੋਂ ਕਿਸੇ ਨੂੰ HIV ਪੋਜ਼ਿਟਿਵ ਕਿਹਾ ਜਾਂਦਾ ਹੈ ਉਹਦੇ ਉੱਤੇ ਮਾਨਸਿਕ ਦਬਾਅ ਪੈਂਦਾ ਤੇ ਸਾਈਕੋਲੋਜੀਕਲ ਸਿੰਪਟਮ ਆਉਂਦੇ ਨੇ ਪਹਿਲਾਂ। ਉਹ ਚਿੰਤਾ ਚ ਹੁੰਦਾ, ਉਹ ਡਿਪਰੈਸ਼ਨ ਚ ਲੈ ਜਾਂਦਾ ਜਿਹਦੇ ਨਾਲ ਉਹਨੂੰ ਸਕਿਨ ਡਿਜ਼ੀਜ਼ ਹੋ ਸਕਦੀ ਹੈ, ਖਾਰਸ਼, ਚਮੜੀ ਤੇ ਖਾਰਸ਼ ਹੋ ਸਕਦੀ ਹੈ, ਪ੍ਰਾਈਵੇਟ ਪਾਰਟ ਤੇ ਮਤਲਬ ਉਹ ਦਾਣੇ ਦਾਣੇ ਨਿਕਲ ਆਉਂਦੇ ਨੇ ਜਾਂ ਮਤਲਬ ਇਸ ਕਿਸਮ ਦੀ ਸਕਿਨ ਡਿਜ਼ੀਜ਼ ਹੋ ਸਕਦੀ ਹੈ। ਔਰ ਉਸ ਤੋਂ ਬਾਅਦ ਉਹਨੂੰ ਲੂਜ਼ ਮੋਸ਼ਨ ਹੋ ਸਕਦੇ ਨੇ, ਬੁਖਾਰ ਹੋ ਸਕਦਾ। ਇਦਾਂ ਦੀਆਂ ਪ੍ਰੋਬਲਮ ਜਿਹੜੀਆਂ ਨੇ ਸਭ ਤੋਂ ਪਹਿਲਾਂ ਤਾਂ ਕਿਉਂਕਿ ਜਦੋਂ ਹੀ ਅਸੀਂ ਡਰ ਜਾਂਦੇ ਹਾਂ ਸਾਡੀ ਇਮਿਊਨਿਟੀ ਜਿਹੜੀ ਹੈ 50% ਤੱਕ ਲੋ ਹੋ ਜਾਂਦੀ ਹੈ। ਡਰ ਦੇ ਨਾਲ ਸਾਡੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿਹੜੀ ਹੈ ਉਹ ਬਹੁਤ ਕਮਜ਼ੋਰ ਹੋ ਜਾਂਦੀ। ਤੇ ਅਗਰ ਕਿਸੇ ਵਿਅਕਤੀ ਨੂੰ ਏਦਾਂ ਦੇ ਸਿੰਪਟਮ ਨੇ ਤਾਂ ਸਾਨੂੰ ਸਿੰਪਟੋਮੈਟਿਕ ਰਿਲੀਫ ਦੇ ਲਈ ਡਾਈਟ ਫੋਲੋ ਕਰਨੀ ਚਾਹੀਦੀ ਹੈ। ਜਦੋਂ ਆਪਾਂ ਡਾਈਟ ਫੋਲੋ ਕਰਦੇ ਹਾਂ ਕੁਝ ਸਮੇਂ ਦੇ ਅੰਦਰ ਹੀ ਸਾਡੇ ਉਹ ਸਿੰਪਟਮ ਗਾਇਬ ਹੋ ਜਾਂਦੇ ਨੇ, ਸਾਡੀ ਇਮਿਊਨਿਟੀ ਸਟਰੋਂਗ ਹੋ ਜਾਂਦੀ ਹੈ, ਬਿਮਾਰੀਆਂ ਨਾਲ ਆਪੇ ਲੜ ਲੈਂਦੀ ਹੈ। ਤੇ ਰਹੀ ਗੱਲ ਰਿਪੋਰਟ ਪੋਜ਼ਿਟਿਵ ਜਾਂ ਨੈਗੇਟਿਵ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਇੱਕ ਵਿਅਕਤੀ ਇਹਦਾ ਇੱਕ ਤਜਰਬਾ, ਇੱਕ ਟ੍ਰਾਇਲ ਕਰਨੀ ਚਾਹੀਦੀ ਹੈ, ਮੈਡੀਕਲ ਸਾਇੰਸ ਨੂੰ ਕਰਨੀ ਚਾਹੀਦੀ ਹੈ। ਅਗਰ ਉਹਦੀ ਨੀਅਤ ਸਾਫ਼ ਹੋਵੇ ਤਾਂ ਇੱਕ ਵਿਅਕਤੀ ਜਿਹੜਾ HIV ਪੋਜ਼ਿਟਿਵ ਹੈ ਅਗਰ ਉਹਨੂੰ ਨਾ ਦੱਸਿਆ ਜਾਵੇ ਕਿ ਤੂੰ ਪੋਜ਼ਿਟਿਵ ਹੈ ਤੇ ਇੱਕ ਵਿਅਕਤੀ ਨੈਗੇਟਿਵ, ਇੱਕੋ ਹੀ ਉਮਰ ਦੇ ਇੱਕੋ ਹੀ ਏਜ ਗਰੁੱਪ ਦੇ ਦੋ ਵਿਅਕਤੀਆਂ ਨੂੰ ਛੱਡ ਦਿੱਤਾ ਜਾਵੇ ਤਾਂ ਦੇਖਿਆ ਜਾਵੇ ਕਿ ਕਿਹੜਾ ਕਿੰਨਾ ਜਿਉਂਦਾ। ਅਗਰ ਉਹਨੂੰ ਨਾ ਦੱਸਿਆ ਜਾਵੇ ਕਿ ਤੈਨੂੰ HIV ਪੋਜ਼ਿਟਿਵ ਤਾਂ ਮੇਰਾ ਦਾਅਵਾ ਹੈ ਕਿ ਉਹ ਵੀ ਦੂਸਰੇ ਵਿਅਕਤੀ ਵਾਂਗ, ਨੈਗੇਟਿਵ ਵਿਅਕਤੀ ਵਾਂਗ ਹੀ ਇੱਕ ਨॉर्मल ਜ਼ਿੰਦਗੀ ਜੀਏਗਾ ਤੇ ਉਨੀ ਹੀ ਲਾਈਫ ਜੀਏਗਾ। ਠੀਕ ਹੈ। ਤਾਂ ਪਹਿਲੀ ਗੱਲ, ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ। ਸਿੰਪਲੀ ਇੱਕ ਚੰਗਾ ਲਾਈਫ ਸਟਾਈਲ ਜਿਹੜਾ ਉਹਨੂੰ ਅਪਣਾ ਲਓ, ਆਪਣਾ ਖਾਣਾ ਪੀਣਾ ਸੁਧਾਰ ਲਓ, ਫਲ ਖਾਓ, ਸਬਜ਼ੀਆਂ ਕੱਚੀਆਂ ਖਾਓ, ਡਰਾਈ ਫਰੂਟ ਖਾਓ ਔਰ ਉਂਗਰੀਆਂ ਹੋਈਆਂ ਪੁੰਗਰੀਆਂ ਹੋਈਆਂ ਦਾਲਾਂ ਖਾਓ। ਇਸ ਡਾਈਟ ਨਾਲ ਤੁਹਾਨੂੰ
ਜਿਹੜਾ ਸਰੀਰ ਤੁਹਾਡਾ ਉਹ ਮਜ਼ਬੂਤ ਹੋ ਜਾਏਗਾ, ਅੰਦਰੋਂ ਤੁਹਾਡੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿਹੜੀ ਮਜ਼ਬੂਤ ਹੋ ਜਾਏਗੀ ਤੇ ਹਰ ਬਿਮਾਰੀ ਨੂੰ ਸਰੀਰ ਆਪ ਹੀ ਹੈਂਡਲ ਕਰ ਲੈਂਦਾ। ਇਹ ਭਰੋਸਾ ਸਾਨੂੰ ਰੱਖਣਾ ਚਾਹੀਦਾ, ਕਿਉਂਕਿ ਪਹਿਲਾਂ ਸਭ ਤੋਂ ਜ਼ਿਆਦਾ ਜਿਹੜੀ ਗੱਲ ਹੋ ਜਾਂਦੀ ਹੈ, ਜੇ ਬਿਮਾਰੀ ਨੂੰ ਅਸੀਂ ਵਧਾਉਣ ਦੇ ਵਿੱਚ ਸਾਡਾ ਡਰ ਤੇ ਜਿਵੇਂ ਆਪਾਂ ਕਹਿੰਦੇ ਕਿ ਅਸੀਂ ਨੌਲੇਜ ਨਹੀਂ ਕਿਸੇ ਚੀਜ਼ ਦੀ ਲੈਂਦੇ, ਘਬਰਾ ਬਹੁਤ ਛੇਤੀ ਜਾਂਦੇ, ਇਹ ਚੀਜ਼ਾਂ ਅਹਿਮ ਹੁੰਦੀਆਂ ਨੇ ਇੱਕ ਬਿਮਾਰੀ ਨੂੰ ਵਧਾਉਣ ਦੇ ਲਈ, बढ़ावा ਦੇਣ ਦੇ ਲਈ, ਕਿ ਅਸੀਂ ਡਰ ਗਏ ਤੇ ਡਰ ਦੇ ਵਿੱਚ ਅਸੀਂ ਬਹੁਤ ਸਾਰੇ ਸਟੈਪ ਚੱਕ ਲੈਂਦੇ, ਬੜੀਆਂ ਸਾਰੀਆਂ ਦਵਾਈਆਂ ਖਾਂਦੇ ਹਾਂ। ਤਾਂ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਡਰੀਏ ਨਾ ਅਗਰ ਕੁਝ ਹੁੰਦਾ ਹੈ, ਕਿਉਂਕਿ ਅਗਰ ਕੁਝ ਹੋਇਆ ਤਾਂ ਉਹਦਾ ਹੱਲ ਵੀ ਜ਼ਰੂਰ ਹੋਏਗਾ, ਹੈ ਨਾ। ਬਸ ਥੋੜੀ ਜਿਹੀ ਸਾਨੂੰ ਨੌਲੇਜ ਦੀ ਜਿਹੜੀ ਉਹ ਘਾਟ ਹੁੰਦੀ ਹੈ ਉਹ ਕੰਪਲੀਟ ਕਰ ਲੈਣੀ ਚਾਹੀਦੀ ਹੈ। ਸੋ ਵਧੀਆ ਅੱਜ ਦੀ ਅਹਿਮ ਜਾਣਕਾਰੀ। ਔਰ ਕੁਝ ਸਰੋਤਿਆਂ ਨੂੰ ਮੈਂ ਨੰਬਰ ਸੈਂਡ ਕੀਤੇ, ਕਈ ਮੈਨੂੰ ਇੱਥੇ ਪਰਸਨਲੀ ਸਵਾਲ ਜਵਾਬ ਕਰ ਰਹੇ ਸੀਗੇ। ਸੋ ਮੈਨੂੰ ਲੱਗਦਾ ਕਿ ਪ੍ਰੋਗਰਾਮ ਤੋਂ ਬਾਅਦ ਤੁਹਾਡੇ ਨਾਲ ਉਹਨਾਂ ਦੀ ਗੱਲ ਹੋ ਜਾਏਗੀ, ਕੁਝ ਅਹਿਮ ਮਸਲਿਆਂ ਤੇ ਉਹ ਤੁਹਾਡੇ ਨਾਲ ਵਿਚਾਰ ਚਰਚਾ ਕਰਨਾ ਚਾਹੁੰਦੇ ਆ। ਸੋ ਕਿਉਂਕਿ ਇਹ ਹੁੰਦਾ ਚੱਲਦੇ ਸੈਗਮੈਂਟ ਦੇ ਵਿੱਚ ਕੁਝ ਵੱਖਰੇ ਪ੍ਰੋਗਰਾਮ ਜਾਂ ਵੱਖਰੇ ਸਵਾਲਾਂ ਨੂੰ ਐਡ ਕਰਨਾ ਥੋੜਾ ਜਿਹਾ ਨਾ ਤਾਂ ਫਿਰ ਆਪਾਂ ਉਸ ਤੇ ਆਪਾਂ ਧਿਆਨ ਰੱਖ ਸਕਦੇ ਹਾਂ ਜੋ ਤੁਸੀਂ ਸਾਨੂੰ ਜਾਣਕਾਰੀ ਦੇ ਰਹੇ ਹੋ। ਤਾਂ ਕਰਕੇ ਮੈਂ ਹਰ ਜਿਹੜਾ ਸਾਡਾ ਸਰੋਤਾ ਮੈਨੂੰ ਕੁਝ ਵੱਖਰੀ ਗੱਲ ਦੇ ਲਈ ਸਵਾਲ ਪੁੱਛ ਰਿਹਾ ਹੈ ਤਾਂ ਮੈਂ ਉਹਨਾਂ ਨੂੰ ਨੰਬਰ ਤੁਹਾਡਾ ਸੈਂਡ ਕਰੀ ਜਾ ਰਹੀ ਹਾਂ ਤਾਂ ਕਿ ਉਹ ਆਪਣੇ ਸਵਾਲ ਇਸ ਪ੍ਰੋਗਰਾਮ ਤੋਂ ਬਾਅਦ ਤੁਹਾਡੇ ਨਾਲ ਗੱਲ ਕਰ ਸਕਦੇ ਹੋਣ ਤਾਂ ਜ਼ਰੂਰ ਕਰਨ। ਕਿਉਂਕਿ ਜਿਹੜੇ ਉਹ ਮੈਨੂੰ ਸਵਾਲ ਕੋਈ ਕੈਂਸਰ ਤੇ ਪੁੱਛ ਰਿਹਾ, ਕੋਈ ਜਿਵੇਂ ਪੇਟ ਦੀ ਕੁਝ ਪ੍ਰੋਬਲਮਸ ਤੇ ਪੁੱਛ ਰਹੇ ਹੈ ਜਾਂ ਕੁਝ ਕਿਸੇ ਦੇ ਆਪਣੇ ਮਸਲੇ ਹੈਗੇ, ਤਾਂ ਇਸ ਕਰਕੇ ਪਲੀਜ਼ ਤੁਸੀਂ ਪ੍ਰੋਗਰਾਮ ਤੋਂ ਬਾਅਦ ਅਗਰ ਕਿਸੇ ਦੀ ਕਾਲ ਆਉਂਦੀ ਹੈ ਪਲੀਜ਼ ਉਹਨਾਂ ਨੂੰ ਦੇਖ ਲਿਓ, ਜਿਵੇਂ ਤੁਸੀਂ ਅਟੈਂਡ ਕਰਨਾ ਕਰ ਸਕਦੇ ਹੋ। ਸੋ ਸਾਡੇ ਸਰੋਤਿਆਂ ਨੂੰ ਵੀ ਗੁਜ਼ਾਰਿਸ਼ ਹੈ ਕਿ ਪ੍ਰੋਗਰਾਮ ਤੋਂ ਬਾਅਦ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਲਿਓ। ਮੈਂ ਤੁਹਾਨੂੰ ਸਾਰਿਆਂ ਨੂੰ ਨੰਬਰ ਸ਼ੇਅਰ ਕਰ ਦਿੱਤਾ। ਹਾਂਜੀ ਡਾਕਟਰ ਸਾਹਿਬ, ਸਾਡਾ ਇੱਕ ਸਲੋਗਨ ਹੈ ਜੀ, ਉਹ ਇਹ ਹੈ ਕਿ ਪੀਪਲ ਡੂ ਨਾਟ ਨੀਡ ਮੈਡੀਕੇਸ਼ਨ, ਲੋਕਾਂ ਨੂੰ ਦਵਾਈਆਂ ਦੀ ਜ਼ਰੂਰਤ ਨਹੀਂ ਹੈ, ਦੇ ਨੀਡ ਜਸਟ ਐਜੂਕੇਸ਼ਨ। ਸਿਰਫ ਐਜੂਕੇਸ਼ਨ ਚਾਹੀਦੀ ਹੈ, ਸਰੀਰ ਨੂੰ ਠੀਕ ਕਰਨ ਲਈ ਦਵਾਈਆਂ ਦੀ ਬਿਲਕੁਲ ਵੀ ਜ਼ਰੂਰਤ ਜੀ ਜੀ ਜੀ। ਜੇ ਸਾਨੂੰ ਸਹੀ ਜਾਣਕਾਰੀ ਮਿਲ ਜੇ, ਸਾਡੇ ਕੋਲ ਸਹੀ ਜਾਣਕਾਰੀ ਹੋਵੇ ਤਾਂ ਅਸੀਂ ਠੀਕ ਕਰ ਸਕਦੇ ਹਾਂ ਇਸ ਸਰੀਰ ਨੂੰ। ਇਸੇ ਲਈ ਜਿਹੜਾ ਆਪਣੇ ਡਾਕਟਰ ਆਪ ਬਣੋ ਦਾ ਪ੍ਰੋਗਰਾਮ ਹੈ ਸਾਡਾ, ਇਸੇ ਲਈ ਅਸੀਂ ਸ਼ੁਰੂ ਕੀਤਾ ਕਿ ਵਿਅਕਤੀ ਸਿੱਖੇ, ਉਸ ਤੋਂ ਬਾਅਦ ਖੁਦ ਹੀ ਆਪਣਾ ਇਲਾਜ ਕਰੇ। ਇਹ ਹੋ ਸਕਦਾ ਹੈ ਕਿਉਂਕਿ ਨੇਚਰ ਦਾ ਰੂਲ ਹੈ ਜਿਹੜਾ, ਬੋਡੀ ਸਾਡੀ ਦੇ ਰੂਲ ਨੇ। ਜੇ ਬੋਡੀ ਕਿਸੇ ਬਿਮਾਰੀ ਨੂੰ ਅੰਦਰੋਂ ਜਨਮ ਦੇ ਸਕਦੀ ਹੈ ਤਾਂ ਉਸ ਬਿਮਾਰੀ ਨੂੰ ਖਤਮ ਵੀ ਕਰ ਸਕਦੀ ਹੈ ਜੀ। ਅਸੀਂ ਕੀ ਕਰਨਾ ਹੈ ਵੀ ਜੋ ਚੀਜ਼ਾਂ, ਦੇਖੋ ਇੱਕ ਬਹੁਤ ਵੱਡੀ ਇੱਕ ਨਾ ਕੋਟੇਸ਼ਨ ਹੈ ਕਿ ਜੋ ਕੁਝ ਤੁਸੀਂ ਕਰ ਰਹੇ ਹੋ, ਹਾਂਜੀ, ਉਹ ਕਰਦੇ ਹੋਏ ਜੋ ਨਤੀਜੇ ਤੁਹਾਡੇ ਕੋਲ ਨੇ, ਉਹੀ ਕੁਝ ਕਰਦੇ ਕਰਦੇ ਵੱਖਰੀ ਤਰ੍ਹਾਂ ਦੇ ਨਤੀਜਿਆਂ ਦੀ ਉਮੀਦ ਕਰਨਾ ਮੂਰਖਤਾ ਦੀ ਪਰਿਭਾਸ਼ਾ। ਜੀ 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 ਜੀ, ਬਿਲਕੁਲ। ਮਤਲਬ ਜੋ ਅੱਜ ਰਿਜ਼ਲਟ ਨੇ ਤੁਹਾਡੇ ਕੋਲ, ਉਹ ਉਸ ਕੰਮ ਕਰਕੇ ਨੇ ਜੋ ਤੁਸੀਂ ਕਰ ਰਹੇ ਹੋ। ਉਹੀ ਕੰਮ ਕਰਦੇ ਕਰਦੇ ਵੱਖਰੀ ਤਰ੍ਹਾਂ ਦੇ ਨਤੀਜਿਆਂ ਦੀ ਉਮੀਦ ਮੂਰਖਤਾ, ਨਹੀਂ ਕੀਤੀ ਜਾ ਸਕਦੀ। ਅਗਰ ਰਿਜ਼ਲਟ ਵੱਖਰੀ ਤਰ੍ਹਾਂ ਦਾ ਚਾਹੀਦਾ ਤਾਂ ਵੱਖਰੀ ਤਰ੍ਹਾਂ ਦਾ ਕੰਮ ਕਰਨਾ ਪਊਗਾ। ਸਹੀ ਕਿਹਾ। ਇਸ ਕਰਕੇ ਜੇ ਅੱਜ ਤੁਸੀਂ ਬਿਮਾਰ ਹੋ ਤਾਂ ਇਹਦਾ ਮਤਲਬ ਜੋ ਤੁਸੀਂ ਖਾ ਰਹੇ ਹੋ, ਜਿਸ ਤਰ੍ਹਾਂ ਤੁਸੀਂ ਜੀ ਰਹੇ ਹੋ, ਉਹਦੀ ਵਜ੍ਹਾ ਕਰਕੇ ਉਹ ਬਿਮਾਰੀ ਹੈ ਜੀ। ਤੇ ਜੇ ਤੁਸੀਂ ਠੀਕ ਹੋਣਾ ਚਾਹੁੰਦੇ ਹੋ ਤਾਂ ਉਹੀ ਕੁਝ ਖਾਂਦੇ ਹੋਏ, ਉਹੀ ਕੁਝ ਉਸੇ ਤਰ੍ਹਾਂ ਜੀਂਦੇ ਹੋਏ ਤੁਸੀਂ ਠੀਕ ਨਹੀਂ ਹੋ ਸਕਦੇ। ਹਾਂਜੀ, ਥੋੜਾ ਚੇਂਜ। ਉਹਦੇ ਲਈ ਤੁਹਾਨੂੰ ਆਪਣਾ ਖਾਣਾ, ਆਪਣਾ ਲਾਈਫ ਸਟਾਈਲ ਬਦਲਣਾ ਪਏਗਾ ਤਾਂ ਤੁਸੀਂ ਠੀਕ ਹੋਵੋ ਜੀ। ਤੇ ਜਿਹੜਾ ਇਹ ਅਸੀਂ ਸੋਚਦੇ ਹਾਂ ਕਿ ਅਸੀਂ ਲਾਈਫ ਸਟਾਈਲ ਉਹੀ ਰੱਖੀਏ, ਖਾਣਾ ਪੀਣਾ ਉਹੀ, ਜੀਭ ਦਾ ਸਵਾਦ ਨੂੰ ਅਸੀਂ ਕੰਟਰੋਲ ਨਾ ਕਰੀਏ ਤੇ ਨਾਲ ਦਵਾਈਆਂ ਖਾਈ ਜਾਈਏ ਤਾਂ ਅਸੀਂ ਠੀਕ ਹੋ ਜਾਾਂਗੇ, ਇਹ ਬਹੁਤ ਵੱਡਾ ਵਹਿਮ ਹੈ। ਇਹ ਵਹਿਮ ਹੌਲੀ ਹੌਲੀ ਲੋਕਾਂ ਦਾ ਟੁੱਟ ਰਿਹਾ ਕਿਉਂਕਿ ਦਵਾਈਆਂ ਜਿਹੜੀਆਂ ਖਾ ਕੇ ਲੋਕ ਤੰਦਰੁਸਤ ਨਹੀਂ ਹੋ ਰਹੇ। ਜੀ ਜੀ, ਦਵਾਈਆਂ ਖਾਣਾ ਲੋਕਾਂ ਦੀ ਮਜਬੂਰੀ ਬਣ ਚੁੱਕੀ ਹੈ, ਲੋਕਾਂ ਦਾ ਆਦੀ ਹੋ ਚੁੱਕਿਆ ਸਰੀਰ, ਲੇਕਿਨ ਉਹ ਤੰਦਰੁਸਤ ਮਹਿਸੂਸ ਨਹੀਂ ਕਰ ਰਹੇ। ਦੇ ਆਰ ਨਾਟ ਫੀਲਿੰਗ ਫਿਟ ਜੀ, ਦੇ ਆਰ ਨਾਟ ਫੀਲਿੰਗ ਹੈਲਦੀ। ਇੰਨੀਆਂ ਦਵਾਈਆਂ ਖਾ ਕੇ ਵੀ ਲੋਕ ਪਰੇਸ਼ਾਨ ਨੇ। ਤਾਂ ਜਿਹੜੀ ਬਿਮਾਰੀ ਤੁਹਾਡੇ ਅੰਦਰ ਲਾਈਫ ਸਟਾਈਲ ਦੀ ਵਜ੍ਹਾ ਨਾਲ ਆਈ ਹੈ, ਉਹ ਲਾਈਫ ਸਟਾਈਲ ਨੂੰ ਬਦਲਣ ਨਾਲ ਹੀ ਠੀਕ ਹੋ ਸਕਦੀ ਹੈ, ਕੋਈ ਦਵਾਈ ਉਹਨੂੰ ਠੀਕ ਨਹੀਂ ਕਰ ਸਕਦੀ। ਇਸ ਕਰਕੇ ਅੱਜ ਦਾ ਜਿਹੜਾ ਟੌਪਿਕ ਹੈ, ਮੈਂ ਪੂਰੇ ਜਿੱਥੇ ਤੱਕ ਵੀ ਆਵਾਜ਼ ਪਹੁੰਚਦੀ ਹੈ, ਮੈਂ ਕਹਿਣਾ ਚਾਹੁੰਦਾ ਕਿ ਅਸੀਂ ਇਸ ਜਾਲ ਤੋਂ ਬਾਹਰ ਨਿਕਲ, ਮੈਡੀਸਨ ਦੇ ਜਾਲ ਤੋਂ, ਅਸੀਂ
ਅਸੀਂ ਬਿਮਾਰੀਆਂ ਦੇ ਜਾਲ ਤੋਂ ਬਾਹਰ ਨਿਕਲੀਏ। HIV ਦੇ ਨਾਮ ਤੇ ਇੱਕ ਬਹੁਤ ਵੱਡਾ ਆਰਥਿਕ, ਮਾਨਸਿਕ ਤੇ ਸਰੀਰਕ ਬੋਝ ਹੈ ਸਾਡੇ ਉੱਤੇ ਜੀ। ਮੈਂ ਕਹਿੰਦਾ ਵੀ ਇਹਦੇ ਬਾਰੇ ਹੋਰ ਜਾਣਕਾਰੀ ਲਈਏ, ਹੋਰ ਪੜ੍ਹੀਏ, ਹੋਰ ਸਟੱਡੀ ਕਰੀਏ। ਬਹੁਤ ਸਾਰੇ ਲੋਕਾਂ ਦੀਆਂ ਕਿਤਾਬਾਂ ਨੇ ਇਹਦੇ ਤੇ ਲਿਖੀਆਂ ਹੋਈਆਂ, ਬਹੁਤ ਸਾਰਾ ਲਿਟਰੇਚਰ ਪਿਆ ਜਿਹੜਾ ਤੁਹਾਨੂੰ ਅਸਲੀਅਤ ਤੋਂ ਜਾਣੂ ਕਰਵਾ ਜੀ। ਤੇ ਅਗਰ ਹੋਰ ਡਿਟੇਲ ਜਾਣਕਾਰੀ ਚਾਹੀਦੀ ਹੈ ਤੇ ਤੁਸੀਂ ਮੇਰਾ ਟ੍ਰੇਨਿੰਗ ਪ੍ਰੋਗਰਾਮ ਜੁਆਇਨ ਕਰ ਸਕਦੇ ਹੋ। 1 ਮਹੀਨੇ ਦਾ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਹੈ। ਉਹਦੇ 'ਚ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਬਹੁਤ ਡਿਟੇਲ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਮੇਰਾ ਇਹ ਦਾਅਵਾ ਹੈ ਕਿ ਅਗਰ ਤੁਸੀਂ ਉਸ ਟ੍ਰੇਨਿੰਗ ਨੂੰ ਅੱਛੇ ਤਰੀਕੇ ਨਾਲ ਲੈ ਲੈਂਦੇ ਹੋ, ਸਿੱਖ ਲੈਂਦੇ ਹੋ ਦਿਲ ਨਾਲ, ਰੂਹ ਨਾਲ, ਤਾਂ ਦੁਬਾਰਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਜੀ। ਤੁਸੀਂ ਸਿੰਪਲ ਜ਼ੁਕਾਮ ਤੋਂ ਲੈ ਕੇ ਕੈਂਸਰ ਤੱਕ ਦੀ ਸਮੱਸਿਆ ਨੂੰ ਘਰੇ ਹੀ ਹੱਲ ਕਰ ਸਕਦੇ ਜੀ। ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਉਹ ਇਹ ਆ ਕਿ ਸਾਡਾ ਜਿਹੜਾ ਮਕਸਦ ਹੈ ਉਹ ਕੱਲਾ ਮਰੀਜ਼ਾਂ ਨੂੰ ਠੀਕ ਕਰਨਾ ਨਹੀਂ ਹੈ ਜੀ। ਕਿਉਂਕਿ ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਦੇਸ਼ ਰੋਗ ਰਹਿਤ ਹੋ ਜੇ, ਅਸੀਂ ਕਰ ਕੀ ਰਹੇ? ਅਸੀਂ ਮਰੀਜ਼ਾਂ ਨੂੰ ਠੀਕ ਕਰ ਰਹੇ, ਨਵੇਂ ਮਰੀਜ਼ ਰੋਜ਼ ਬਣ ਰਹੇ ਨੇ। ਸਹੀ ਕਿਹਾ। ਤਾਂ ਸਭ ਤੋਂ ਪਹਿਲਾਂ ਸਾਨੂੰ ਨਵੇਂ ਮਰੀਜ਼ ਬਣਨ ਤੋਂ ਰੋਕਣਾ ਪਏਗਾ। ਹਾਂ, ਪਹਿਲਾਂ ਉਧਰੋਂ ਬੰਦ ਕਰਨਾ ਪਏਗਾ। ਜਿਹੜੇ ਆਲਰੇਡੀ ਹੈ ਉਹਨਾਂ ਨੂੰ ਫਿਰ ਠੀਕ ਫੇਰ ਵਧਾਂਗੇ। ਪਹਿਲਾਂ ਜਿਹੜੇ ਸਟਾਰਟਿੰਗ ਹਲੇ ਸ਼ੁਰੂ ਕਰਨਗੇ ਉਹਨਾਂ ਨੂੰ ਪਹਿਲਾਂ ਕਲੋਜ਼ਿੰਗ ਵੱਲ ਲੈ ਕੇ ਆਉਣਾ। ਇਸ ਕਰਕੇ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਵੀ ਅਸੀਂ ਅਵੇਸ਼ੜੇ ਨਾ ਹੋਈਏ ਜੀ। ਅਸੀਂ ਨਿਸ਼ਚਿੰਤ ਨਾ ਹੋ ਜਾਈਏ ਵੀ ਮੈਨੂੰ ਕਿਹੜਾ ਕੋਈ ਬਿਮਾਰੀ ਹੈ, ਭਾਈ ਮੈਂ ਜੋ ਮਰਜ਼ੀ ਖਾਈ ਜਾਵਾਂ। ਹਾਂ, ਸਹੀ ਕਿਹਾ। ਬਿਮਾਰੀ ਕਦੋਂ ਬਾਹਰ ਆ ਜਾਣੀ ਹੈ? ਬਿਮਾਰੀ ਤਾਂ ਅੰਦਰ ਪਲ ਰਹੀ ਹੈ। ਬੋਡੀ ਉਹਨਾਂ ਚਿਰ ਹੈਂਡਲ ਕਰੀ ਜਾ ਰਹੀ ਹੈ, ਉਹਨੂੰ ਮੁਸ਼ਕਲ ਨਾਲ ਕਰ ਰਹੀ ਹੈ। ਲੇਕਿਨ ਅਚਾਨਕ ਇੱਕ ਦਿਨ ਐਜ ਅ ਸਿੰਪਟਮ ਆਏਗਾ, ਪਤਾ ਲੱਗੇਗਾ ਤੁਹਾਡੇ ਅੰਦਰ ਇੱਕ ਬਹੁਤ ਗੰਭੀਰ ਬਿਮਾਰੀ ਨੇ ਜਨਮ ਲੈ ਲਿਆ। ਤਾਂ ਜਿਹੜੇ ਲਾਈਫ ਸਟਾਈਲ ਦੀ ਅਸੀਂ ਗੱਲ ਕਰਦੇ ਹਾਂ, ਹੈਲਦੀ ਲਾਈਫ ਸਟਾਈਲ ਦੀ ਅਸੀਂ ਗੱਲ ਕਰਦੇ ਹਾਂ, ਇਸ ਲਾਈਫ ਸਟਾਈਲ ਨੂੰ ਉਦੋਂ ਅਪਣਾਓ ਜਦੋਂ ਤੁਸੀਂ ਬਿਮਾਰ ਨਹੀਂ ਹੋ। ਠੀਕ ਹੈ। ਸਭ ਤੋਂ ਚੰਗੀ ਗੱਲ ਇਹ ਆ ਕਿ ਤੁਸੀਂ ਇਸ ਲਾਈਫ ਸਟਾਈਲ ਨੂੰ ਤੰਦਰੁਸਤ ਰਹਿੰਦੇ ਅਪਣਾ ਲਓ ਤਾਂ ਕਿ ਤੁਸੀਂ ਇਨ ਫਿਊਚਰ ਬਿਮਾਰ ਨਾ ਹੋ। ਜਦੋਂ ਬਿਮਾਰ ਹੋ ਗਏ ਫਿਰ ਤਾਂ ਉਹੀ ਗੱਲ ਹੁੰਦੀ ਹੈ ਨਾ, ਜਦੋਂ 50-50 ਠੀਕ ਹੋ ਜਾਓਗੇ ਤਾਂ ਠੀਕ ਹੈ, ਨਹੀਂ ਮਤਲਬ ਕੁਝ ਵੀ ਹੋ ਸਕਦਾ। ਸੱਚੀ ਗੱਲ। ਠੀਕ ਹੈ ਜੀ। ਕਿਉਂ ਅਸੀਂ ਇਸ ਗੱਲ ਦੀ ਉਮੀਦ ਕਰਦੇ ਹਾਂ, ਕਿਉਂ ਇਸ ਗੱਲ ਦੀ ਉਡੀਕ ਕਰਦੇ ਹਾਂ ਕਿ ਜਦੋਂ ਬਿਮਾਰ ਹੋਵਾਂਗੇ ਤਾਂ ਹੀ ਸੁਧਰਾਂਗੇ। ਆਪਣਾ ਖਾਣਾ ਪੀਣਾ ਸੁਧਾਰ ਲਈਏ, ਆਪਣਾ ਰਹਿਣਾ ਸਹਿਣਾ ਥੋੜਾ ਜਿਹਾ ਸੁਧਾਰ ਲਈਏ, ਥੋੜਾ ਜਿਹਾ ਸਰੀਰਕ ਕੰਮ ਮਿਹਨਤ ਕਰਨੀ ਸ਼ੁਰੂ ਕਰ ਦਈਏ, ਆਰਾਮ ਪ੍ਰਸਤੀ ਤੋਂ ਥੋੜਾ ਜਿਹਾ ਪਾਸਾ ਵੱਟ ਲਈਏ, ਖਾਣਾ ਓਨਾ ਖਾਈਏ ਜਿੰਨਾ ਸਾਡੇ ਸਰੀਰ ਨੂੰ ਜ਼ਰੂਰਤ ਹੈ, ਜਿੰਨਾ ਸਰੀਰ ਮੰਗ ਰਿਹਾ ਹੈ, ਪਾਣੀ ਓਨਾ ਪੀਏ ਜਿੰਨਾ ਸਰੀਰ ਮੰਗ ਰਿਹਾ ਹੈ, ਨੀਂਦ ਓਨੀ ਲਈਏ ਜਿੰਨਾ ਸਰੀਰ ਮੰਗ ਰਿਹਾ ਹੈ। ਤਾਂ ਲਾਈਫ ਸਟਾਈਲ ਦੇ ਵਿੱਚ ਇਕੱਲਾ ਖਾਣਾ ਨਹੀਂ ਆਉਂਦਾ। ਲਾਈਫ ਸਟਾਈਲ ਦੇ ਵਿੱਚ ਇਹ ਵੀ ਆਉਂਦਾ ਕਿ ਜਿੱਥੇ ਤੁਸੀਂ ਸੌਂਦੇ ਹੋ ਕਿ ਉਸ ਕਮਰੇ 'ਚ ਆਕਸੀਜਨ ਦੀ ਪਰਸੈਂਟੇਜ ਪੂਰੀ ਹੈ, ਕਿ ਉੱਥੇ ਪੂਰੀ ਆਕਸੀਜਨ ਤਾਂ ਨਹੀਂ ਹੈ ਵੀ ਇੱਕ ਕਮਰਾ ਬੰਦ ਹੈ, ਏਸੀ ਲੱਗਾ ਹੋਇਆ, 4 ਬੰਦੇ ਤੁਸੀਂ ਉੱਥੇ ਸੁੱਤੇ ਪਏ ਹੋ ਤੇ ਉੱਥੇ ਆਕਸੀਜਨ ਦੀ ਪਰਸੈਂਟੇਜ ਕਿਵੇਂ ਮੇਨਟੇਨ ਹੋਏਗੀ? ਹਾਂਜੀ। ਤਾਂ ਕੱਲਾ ਖਾਣਾ ਪੀਣਾ ਨਹੀਂ ਹੈ, ਉਹਦੇ 'ਚ ਸੌਣਾ, ਉਹਦੇ 'ਚ ਬਹਿਣਾ, ਉਹਦੇ 'ਚ ਉੱਠਣਾ, ਉਹਦੇ 'ਚ ਤੁਰਨਾ ਫਿਰਨਾ, ਸੈਰ ਕਰਨੀ, ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਤਾਂ ਅਸੀਂ ਇੱਕ ਹੈਲਦੀ ਲਾਈਫ ਸਟਾਈਲ ਕੀ ਹੁੰਦਾ ਹੈ ਇਹਦੇ ਬਾਰੇ ਸਿੱਖੀਏ। ਜਿਹੜਾ ਪੈਸਾ ਤੁਸੀਂ ਪ੍ਰੀਵੈਂਸ਼ਨ ਤੇ ਖਰਚਦੇ ਆ, ਪਰਹੇਜ਼ ਤੇ ਖਰਚਦੇ ਆ, ਬਿਮਾਰੀ ਨੂੰ ਆਉਣ ਤੋਂ ਰੋਕਣ ਲਈ ਖਰਚਦੇ ਆ, ਉਹ ਬਿਮਾਰੀ ਦੇ ਇਲਾਜ ਤੇ ਖਰਚਣ ਨਾਲੋਂ ਕਈ ਗੁਣਾ ਵਧੀਆ ਹੁੰਦਾ ਜੀ। ਆਮ ਤੌਰ ਤੇ ਅਸੀਂ ਇਹ ਨਹੀਂ ਕਰਦੇ। ਆਮ ਤੌਰ ਤੇ ਅਸੀਂ ਕੀ ਕਰਦੇ ਆ ਵੀ ਬਿਮਾਰੀ ਆਉਣ ਤੇ ਤਾਂ ਅਸੀਂ ICU 'ਚ ਭਰਤੀ ਹੋਣ ਨੂੰ ਤਿਆਰ ਆ, ਅਸੀਂ ਲੱਖਾਂ ਰੁਪਏ ਵੀ ਡਾਕਟਰ ਨੂੰ ਦੇਣ ਨੂੰ ਤਿਆਰ। ਲੇਕਿਨ ਉਸ ਬਿਮਾਰੀ ਤੋਂ ਬਚਣ ਲਈ ਜੇ ਸਾਨੂੰ ਕੁਝ ਲਿਟਰੇਚਰ ਖਰੀਦਣਾ ਪੈਂਦਾ ਜਾਂ ਕੋਈ ਟ੍ਰੇਨਿੰਗ ਦਾ ਸਿੱਖਣਾ ਪੈਂਦਾ, ਉਹਦੇ ਲਈ ਅਸੀਂ ਕਦੀ ਤਿਆਰ ਨਹੀਂ। ਤਾਂ ਇਸ ਲਈ ਮਨਜੀਤ ਜੀ ਟਾਈਮ ਕਿੰਨਾ ਹੋ ਗਿਆ? ਟਾਈਮ ਤੁਹਾਡਾ ਜੀ 55 ਮਿੰਟ ਦਾ ਆਪਣੇ ਕੋਲੇ ਟਾਈਮ ਹੋ ਗਿਆ, ਔਰ 5 ਮਿੰਟ ਬਾਅਦ ਆਪਣੀ ਕਾਲ ਵੀ ਕੱਟਣੀ ਹੈਗੀ, ਤਾਂ 60 ਮਿੰਟ ਤੋਂ ਆਪਾਂ ਇਹਨੂੰ ਸਮ ਅਪ ਕਰਦੇ ਹਾਂ ਜੀ। ਬਿਲਕੁਲ ਜੀ। ਮੈਂ ਜਿਹੜੇ ਵੀ ਲੋਕ ਉਹਨਾਂ ਨਾਲ ਮਾੜੀ ਘਟਨਾ ਵਾਪਰੀ ਹੈ, ਅਗਰ ਕਿ ਉਹਨਾਂ ਨੂੰ HIV ਪੋਜ਼ਿਟਿਵ ਕਹਿ ਦਿੱਤਾ ਗਿਆ, ਮੇਰਾ ਇਹ ਉਹਨਾਂ ਲੋਕਾਂ ਨੂੰ ਸੁਨੇਹਾ ਹੈ ਜੀ। ਇਹ ਕੋਈ ਛੂਤ ਦੀ ਬਿਮਾਰੀ ਨਹੀਂ ਹੈ, ਇਹ ਕੋਈ ਅੱਗੇ ਫੈਲਣ ਵਾਲੀ ਬਿਮਾਰੀ ਨਹੀਂ ਹੈ। ਬਿਲਕੁਲ ਨਾ ਘਬਰਾਓ, ਬਿਲਕੁਲ ਚਿੰਤਾ ਨਾ ਕਰੋ। ਤੁਸੀਂ
ਬਿਲਕੁਲ ਤੰਦਰੁਸਤ ਹੋ ਜਿਵੇਂ ਆਮ ਲੋਕ ਨੇ ਉਦਾਂ ਦੇ ਤੁਸੀਂ ਹੋ। ਕੁਝ ਕਰਨ ਦੀ ਲੋੜ ਨਹੀਂ, ਕੋਈ ਦਵਾਈ ਖਾਣ ਦੀ ਲੋੜ ਨਹੀਂ। ਆਪਣਾ ਖਾਣ ਪੀਣ ਥੋੜਾ ਜਿਹਾ ਸੁਧਾਰ ਲਓ, ਇੱਕ ਹੈਲਦੀ ਲਾਈਫ ਸਟਾਈਲ ਅਪਣਾ ਲਓ। ਮੇਰੀ ਗਾਰੰਟੀ ਹੈ ਕਿ ਤੁਹਾਨੂੰ ਕੁਝ ਨਹੀਂ ਹੋਏਗਾ। ਪੂਰਾ ਜੀਵਨ, ਜਿੰਨਾ ਜੀਵਨ ਕਾਲ ਤੁਹਾਡਾ ਹੈ ਉਹਨੇ ਜੀਓਗੇ ਜੀ। ਵਾਇਰਸ, ਕੋਈ ਵੀ ਵਾਇਰਸ ਇਨਸਾਨ ਨੂੰ ਮਾਰ ਨਹੀਂ ਸਕਦਾ। ਅਗਰ ਅਸੀਂ ਜੇ ਸੱਚੀਓ ਏਦਾਂ ਹੁੰਦੀ ਤੇ ਵਾਇਰਸ ਅੱਜ ਥੋੜੀ ਆਏ ਨੇ। ਹੁਣ ਤੱਕ ਤਾਂ ਮਾਨਵ ਜਾਤੀ ਖਤਮ ਹੋ ਜਾਂਦੀ ਜੇ ਵਾਇਰਸ ਇਨਸਾਨ ਨੂੰ ਮਾਰਨ ਲੱਗ ਜਾਂਦਾ। ਉਹਨੂੰ ਤਾਂ ਮਨੁੱਖ ਜਾਤੀ ਖਤਮ ਹੋ ਜਾਂਦੀ। ਸਾਡੇ ਸਰੀਰ ਕੋਲੇ ਇਹ ਯੋਗਤਾ ਹੈ ਕਿ ਉਹ ਹਰ ਵਾਇਰਸ ਨਾਲ ਲੜ ਸਕਦਾ ਹੈ, ਲੇਕਿਨ ਉਹਨੂੰ ਲੜਨ ਲਈ ਜਿਹੜੀ ਮਦਦ ਕਰਨੀ ਹੈ ਉਹਦੀ, ਉਹਨੂੰ ਅੱਛੀ ਖੁਰਾਕ ਦੇਣੀ ਹੈ, ਉਹ ਸਾਡੇ ਹੱਥ 'ਚ ਹੈ। ਵਾਇਰਸ ਉਸੇ ਵਿਅਕਤੀ ਨੂੰ ਮਾਰ ਸਕਦਾ ਹੈ ਜਿਹਦੀ ਇਮਿਊਨਿਟੀ ਕਮਜ਼ੋਰ ਹੋਏ, ਜਿਹਦਾ ਲਾਈਫ ਸਟਾਈਲ ਅੱਛਾ ਨਹੀਂ ਹੋਏਗਾ। ਤੇ ਜੇ ਅਸੀਂ ਇੱਕ ਹੈਲਥੀ ਲਾਈਫ ਸਟਾਈਲ ਅਪਣਾਉਂਦੇ ਹਾਂ ਤਾਂ ਕੋਈ ਵੀ ਬੈਕਟੀਰੀਆ, ਕੋਈ ਵੀ ਵਾਇਰਸ ਜਿਹੜਾ ਉਹ ਮਨੁੱਖ ਨੂੰ ਮਾਰ ਨਹੀਂ ਸਕਦਾ। ਅਸੀਂ ਉਹਦੇ ਨਾਲ, ਸਾਡਾ ਸਰੀਰ ਲੜ ਸਕਦਾ, ਕਾਮਯਾਬੀ ਨਾਲ ਲੜ ਸਕਦਾ ਤੇ ਜਿੱਤ ਸਕਦਾ। ਇਸ ਕਰਕੇ ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰੋ। ਮੈਂ ਨਹੀਂ ਕਹਿੰਦਾ ਕਿ ਮੈਂ ਅੰਨੇ ਭਗਤ ਬਣਨ ਦੇ ਹੱਕ 'ਚ ਨਹੀਂ ਆ। ਮੈਂ ਨਹੀਂ ਕਹਿੰਦਾ ਤੁਸੀਂ ਮੇਰੀ ਗੱਲ ਤੇ ਅੱਖਾਂ ਮੀਚ ਕੇ ਵਿਸ਼ਵਾਸ ਕਰੋ। ਜੀ ਹਾਂਜੀ, ਮੈਂ ਕਹਿੰਦਾ ਕਿ ਤੁਸੀਂ ਆਪਣੀ ਰਿਸਰਚ ਕਰੋ। ਜਦੋਂ ਤੱਕ ਤੁਸੀਂ ਆਪਣੀ ਰਿਸਰਚ ਨਹੀਂ ਕਰਦੇ ਉਦੋਂ ਤੱਕ ਤੁਸੀਂ ਪਿਛਲਾ ਕੀ ਬਣੇ ਰਹੋਗੇ। ਤੁਹਾਡਾ ਆਪਣਾ ਵਿਚਾਰ, ਆਪਣੀ ਖੋਜ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਕੌਨਫੀਡੈਂਟਲੀ ਕਿਸੇ ਚੀਜ਼ ਨੂੰ ਮੰਨ ਸਕਦੇ ਹਾਂ ਜਾਂ ਕਿਸੇ ਚੀਜ਼ ਤੋਂ ਖਹਿੜਾ ਛੁਡਾ ਸਕਦੇ ਹਾਂ। ਅੰਧ ਵਿਸ਼ਵਾਸ ਜਿਹੜਾ ਹੁੰਦਾ ਹੈ ਉਹ ਹਮੇਸ਼ਾ ਬੁਰਾ ਹੁੰਦਾ ਹੈ, ਹਮੇਸ਼ਾ ਘਾਟੇ ਬੰਦਾ ਹੁੰਦਾ ਹੈ। ਉਸ ਅੰਧ ਵਿਸ਼ਵਾਸ ਤੋਂ ਨਿਕਲ ਕੇ ਇੱਕ ਲੌਜੀਕਲ ਦੁਨੀਆ ਦੇ ਵਿੱਚ ਆਪਾਂ ਨੂੰ ਜਾਣਾ ਚਾਹੀਦਾ ਹੈ। ਦਲੀਲ ਨਾਲ, ਮਤਲਬ ਐਵੀਡੈਂਸ ਦੇ ਨਾਲ ਆਪਣੀ ਗੱਲ ਨੂੰ ਪੁਖਤਾ ਕਰਕੇ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ ਜਾਂ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਚਾਹੀਦਾ ਹੈ। ਕੋਈ ਕਹਿ ਰਿਹਾ ਹੈ, ਮੀਡੀਆ ਕਹਿ ਰਿਹਾ ਹੈ, ਬਹੁਤ ਸਾਰੇ ਲੋਕ ਕਹਿ ਰਹੇ ਨੇ, ਇਸ ਕਰਕੇ ਅਸੀਂ ਮੰਨ ਲਈਏ ਇਹ ਗਲਤ ਗੱਲ ਹੈ, ਗਲਤ ਤਰੀਕਾ ਹੈ। ਕਿਉਂਕਿ ਹਾਫ ਜਾਣਕਾਰੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਹੈ। ਕਹਿੰਦੇ ਹਥਿਆਰਾਂ ਤੋਂ ਵੀ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਹੈ ਸਾਡੀ ਅੱਧੀ ਲਈ ਹੋਈ ਜਾਣਕਾਰੀ, ਕਿਸੇ ਵੀ ਤਰੀਕੇ ਦੀ ਹੋਵੇ ਜੀ। ਬਿਲਕੁਲ ਬਿਲਕੁਲ ਜੀ, ਅੱਜ ਦੀ ਬਹੁਤ ਅਹਿਮ ਜਾਣਕਾਰੀ ਤੁਸੀਂ ਸਾਡੇ ਨਾਲ ਸ਼ੇਅਰ ਕੀਤੀ ਔਰ ਤਕਰੀਬਨ ਸਾਰੇ ਸਰੋਤੇ ਤੁਹਾਡਾ ਸ਼ੁਕਰਗੁਜ਼ਾਰ ਕਰ ਰਹੇ ਹੈ, ਕਿਉਂਕਿ ਕਹਿੰਦੇ ਹੁੰਦੇ ਨਾ ਮੋਟੀਵੇਟਿਵ ਸਪੀਚ ਸੁਣਦੇ ਆ ਜਦੋਂ, ਥੋੜਾ ਜਿਹਾ ਸਾਡੀ ਬਾਡੀ ਮੋਟੀਵੇਟ ਤਾਂ ਹੁੰਦੀ ਆ, ਅਸੀਂ ਥੋੜੇ ਜਿਹਾ ਐਕਟਿਵ ਤਾਂ ਹੁੰਦੇ ਆ। ਔਰ ਜਦੋਂ ਅਸੀਂ ਕਿਸੇ ਚੰਗੀ ਸੋਚ ਨਾਲ ਜੁੜਦੇ ਆ ਤਾਂ ਥੋੜੀ ਜਿਹੀ ਸਾਡੀ ਸੋਚ ਵੀ ਇਹ ਲੱਗਦੀ ਹੈ ਕਿ ਹਾਂ ਅਸੀਂ ਉਹ ਕਰ ਸਕਦੇ ਹਾਂ, ਹਨਾ। ਸੋ ਕੰਟੀਨਿਊ ਐਕਸਰਸਾਈਜ਼ ਸ਼ੁਰੂ ਕਰ ਲਿਆ ਕਰੋ। ਔਰ ਜਿਨ੍ਹਾਂ ਕੋਲੇ ਸਮਾਂ ਹੁੰਦਾ ਹੈ, ਸਾਡੇ ਘਰ ਦੇ ਕੰਮਾਂ ਦੇ ਵਿੱਚੋਂ ਥੋੜਾ ਸਮਾਂ ਕੱਢ ਸਕਦੇ ਹਾਂ ਤਾਂ ਜ਼ਰੂਰ ਅਸੀਂ ਆਪਣੀ ਬਾਡੀ ਨੂੰ ਫਿੱਟ ਰੱਖ ਸਕਦੇ ਹਾਂ। ਡਾਕਟਰ ਸਾਹਿਬ ਸ਼ੁਕਰਾਨਾ ਜੀ। ਔਰ ਮੈਂ ਬਹੁਤ ਸਾਰੇ ਅੱਜ ਦੇ 5 ਤੋਂ 7 ਜਣਿਆਂ ਨੂੰ ਤੁਹਾਡਾ ਨੰਬਰ ਸੈਂਡ ਕੀਤਾ। ਜੇ ਉਹਨਾਂ ਦੀ ਇੱਛਾ ਹੋਈ ਪ੍ਰੋਗਰਾਮ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਨ ਦੀ, ਕਿਉਂਕਿ ਇੱਛਾ ਮੈਂ ਤਾਂ ਕਹੂੰਗੀ ਕਿਉਂਕਿ ਪਰਸਨਲੀ ਉਹਨਾਂ ਦੇ ਵਿਊਅਰਸ ਸੀਗੇ, ਇੱਕ ਪ੍ਰੋਗਰਾਮ ਦੇ ਵਿੱਚ ਹੌਚ-ਪੌਚ ਹੋ ਜਾਂਦਾ ਸਾਰਾ ਕੁਝ, ਖਿਚੜੀ ਦਲੀਆ ਬਣ ਜਾਂਦਾ ਜੇਕਰ ਅਸੀਂ ਸਾਰਿਆਂ ਦੇ ਸਵਾਲਾਂ ਨੂੰ ਮਿਕਸ ਕਰ ਦਈਏ। ਔਰ ਤੁਹਾਡੇ ਲਈ ਵੀ ਸਾਰਿਆਂ ਦੀ ਜਾਣਕਾਰੀ ਲਿਆਉਣਾ ਥੋੜਾ ਔਖਾ ਹੋ ਜਾਂਦਾ। ਇੱਕ ਸੈਗਮੈਂਟ ਤੇ ਬੋਲੀ ਜਾਓ, ਉਸੇ ਸੈਗਮੈਂਟ ਦੇ ਸਵਾਲ ਆਉਣ ਤਾਂ ਬੈਟਰ ਹੁੰਦਾ। ਹਾਂਜੀ, ਨਹੀਂ ਮਨਜੀਤ ਜੀ, ਆਪਾਂ ਇੱਕ ਦਿਨ ਇਹੋ ਜਿਹਾ ਰੱਖ ਲਾਂਗੇ ਜਿੱਦਣ ਏਦਾਂ ਦਾ ਰੱਖਾਂਗੇ ਕਿ ਜਿਹੜਾ ਵੀ ਸਵਾਲ ਕਰਦਾ ਉਹਦਾ ਜਵਾਬ ਪਰਟੀਕੂਲਰ ਦਿੱਤਾ ਜਾਵੇ ਜੀ। ਔਰ ਫਿਰ ਆਪਣੀ ਕਾਲ ਕੱਟਣ ਜਾ ਰਹੀ ਹੈ ਜੀ, ਤਾਂ ਮੈਂ ਤੁਹਾਡਾ ਥੈਂਕ ਯੂ ਕਰ ਦਵਾਂ ਅੱਜ ਦੇ ਇਸ ਦਿਨ ਤੋਂ। ਬਹੁਤ ਅਹਿਮ ਜਾਣਕਾਰੀ ਤੁਸੀਂ ਸਾਨੂੰ ਸ਼ੇਅਰ ਕੀਤੀ, ਦਿਲੋਂ ਧੰਨਵਾਦ ਜੀ ਔਰ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਤੇ ਮਨਜੀਤ ਮਾਨ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰਾਨਾ ਜੀ। ਤੋ ਲਓ ਜੀ, ਇਹ ਤਾਂ ਸੀ ਸਾਡੀ ਅੱਜ ਦੀ ਜਾਣਕਾਰੀ ਜਿਸ ਨੂੰ ਅਸੀਂ ਕਹਿੰਦੇ ਨੇ HIV ਪੋਜ਼ਿਟਿਵ, ਹਨਾ। ਤੋ ਸੱਚੀ ਬਹੁਤ ਜਣੇ ਇਸ ਚੀਜ਼ ਤੋਂ ਅਵੇਅਰ ਹੋਣਗੇ ਤੁਸੀਂ। ਖੈਰ ਚੰਗੀ ਗੱਲ ਵੀ ਹੈ। ਅਸੀਂ ਅਕਸਰ ਹੀ ਕਹਿੰਦੇ ਹੁੰਦੇ ਹਾਂ ਜੀ, ਯਕਦਮ ਕਿਸੇ ਤੇ ਯਕੀਨ ਕਰਨਾ ਵੀ ਤੁਹਾਡੇ ਬਾਰੇ ਕਿਸੇ ਨੇ ਕੁਝ ਕਹਿਤਾ, ਮੈਂ ਤੁਹਾਨੂੰ ਕੁਝ ਕਹਿਤਾ ਤੀਜੇ ਬਾਰੇ, ਤੁਸੀਂ ਇੱਕਦਮ ਮੰਨ ਲਿਆ ਵੀ ਹਾਂਜੀ ਉਹ ਏਦਾਂ ਦਾ ਹੋਊਗਾ। ਬਟ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਲਓ। ਅਗਰ ਤੁਹਾਨੂੰ ਲੱਗਦਾ ਹੈ ਕਿ ਵਾਕਈ ਮੈਂ ਜਿਹੜੀ ਜਾਣਕਾਰੀ ਇਕੱਠੀ ਕੀਤੀ ਉਹਦੇ ਵਿੱਚ ਬੜੇ ਸਾਰੇ ਉਸ ਪ੍ਰਤੀ ਨੈਗੇਟਿਵ ਪੁਆਇੰਟ ਆਉਂਦੇ ਤਾਂ ਉਹ ਹੋ ਸਕਦਾ, ਤੇ ਜੇਕਰ ਤੁਹਾਡੀ ਇਕੱਠੀ ਕੀਤੀ ਹੋਈ ਜਾਣਕਾਰੀ ਦੇ ਵਿੱਚ ਪੋਜ਼ਿਟਿਵ ਪੁਆਇੰਟ ਆਉਂਦੇ ਆ ਤਾਂ ਮੰਨ ਲਈਦਾ ਕਿ ਉਸ ਬੰਦੇ ਦੇ ਵਿੱਚ ਕੁਝ ਪੋਜ਼ਿਟਿਵ ਪੁਆਇੰਟ ਵੀ ਹੈ। ਸੋ ਇਸ ਕਰਕੇ ਕਦੇ ਵੀ ਜਦੋਂ ਕਿਸੇ ਦੀਆਂ ਗੱਲਾਂ ਨੂੰ ਸੁਣਦੇ ਹੋ, ਕੋਈ ਪ੍ਰੋਗਰਾਮ ਤੁਸੀਂ ਅਟੈਂਡ ਕਰਦੇ ਹੋ, ਤਾਂ ਉਸ ਦੀ ਪੂਰੀ ਜਾਣਕਾਰੀ ਲੈਣ ਦੇ ਲਈ ਤੁਸੀਂ ਜੋ ਵੀ ਮੇਰੇ ਤੋਂ ਨੰਬਰ ਮੰਗਦੇ ਹੋ ਮੈਂ ਤੁਹਾਨੂੰ ਨੰਬਰ ਵੀ ਦਿੰਨੀ ਹੈ। ਔਰ ਮੈਂ ਅਕਸਰ ਇਹ ਕਹਿੰਦੀ ਹਾਂ ਕਿ ਵਿਜ਼ਿਟ ਕਰੋ, ਅਗਲੇ ਨੂੰ ਮਿਲੋ, ਦੇਖੋ, ਪਰਖੋ। ਫਿਰ ਜੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੀ ਗੱਲ ਮੰਨਣ ਦੇ ਵਿੱਚ ਸਾਨੂੰ ਕੁਝ
ਲੱਗ ਸਕਦਾ ਫਾਇਦਾ ਤਾਂ ਫਿਰ ਜ਼ਰੂਰ ਲਓ ਕਿਉਂਕਿ ਜੇ ਹੁਣ ਆਪਾਂ ਜਿੰਨੇ ਅੱਜ ਤੱਕ ਆਪਾਂ ਜਿੰਨੇ ਸੈਗਮੈਂਟ ਸ਼ਨੀਵਾਰ ਤੇ ਸ਼ੇਅਰ ਕੀਤੇ ਆ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕਿਸੇ ਆਪਣੀ ਚੀਜ਼ ਦੀ ਐਡ ਕੀਤੀ ਹੋਊਗੀ ਆਪਣੀ ਦਵਾਈ ਦੀ ਜਾਂ ਆਪਣੇ ਟੀਕਾ ਟਿੱਪਣੀ ਦੀ ਕੋਈ ਐਡ ਕੀਤੀ ਹੋਊਗੀ ਸੋ ਹਮੇਸ਼ਾ ਸਾਨੂੰ ਇਹੀ ਕਿਹਾ ਕਿ ਕੱਚੀਆਂ ਸਬਜ਼ੀਆਂ ਫਲ ਜੂਸ